प्यारे बच्चों, इस वीडियो च मैं ਤੁਹਾਡੇ ਨਾਲ ਤੁਹਾਡੇ ਜਿਹੜੇ ਆਉਣ ਵਾਲੇ ਐਗਜ਼ਾਮਸ ਹੈ ਸਤੰਬਰ ਐਗਜ਼ਾਮਸ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ MCQ ਕੁਐਸਚਨ ਜਿਹੜੇ ਹੈਗੇ ਆਲਮੋਸਟ 20 ਵੀ MCQ ਕੁਐਸਚਨਸ ਆਣਗੇ ਤਾਂ ਉਹ ਕੁਐਸਚਨਸ ਤੁਹਾਡੇ ਨਾਲ ਮੈਂ ਡਿਸਕਸ ਕਰਨ ਵਾਲੀ ਹਾਂ। ਬਹੁਤ ਇੰਪੋਰਟੈਂਟ ਕੁਐਸਚਨਸ ਮੈਨੇ 8-10 8-8 10-10 ਕੁਐਸਚਨ ਹਰ ਚੈਪਟਰ ਦੇ ਵਿੱਚੋਂ ਜਿਹੜੇ ਤੁਹਾਡੇ ਪੇਪਰ 'ਚ ਆਣੇ ਹੈ ਉਹ ਇਸ ਵੀਡੀਓ ਦੇ ਵਿੱਚ ਪਾਏ ਹੈ। ਉਮੀਦ ਹੈ ਕਿ ਤੁਹਾਡੇ ਸਭ ਦੇ ਲਈ ਫਾਇਦੇਮੰਦ ਰਹਿਣਗੇ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਲਈ ਇਸ ਤਰ੍ਹਾਂ ਦੀ ਅਸੀਂ ਵੀਡੀਓਜ਼ ਹੋਰ ਬਣਾਉਂਦੇ ਰਹੀਏ। ਫਿਰ ਆਪਣਾ ਫਰਸਟ ਚੈਪਟਰ ਹੈਗਾ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ, ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ। ਇਹਦੇ ਵਿੱਚ ਬੇਟਾ ਫਰਸਟ ਕੁਐਸਚਨ ਜਿਹੜਾ ਦਿੱਤਾ ਤੁਹਾਨੂੰ, ਹੇਠ ਲਿਖਿਆ ਵਿੱਚੋਂ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਦੱਸੋ। ਆਈਡੈਂਟੀਫਾਈ ਦਾ ਮੋਸਟ ਰਿਐਕਟਿਵ ਮੈਟਲ ਫਰੋਮ ਫੋਲੋਇੰਗ। ਠੀਕ ਹੈ, ਤਾਂ ਬੇਟਾ ਇਹਦੇ ਵਿੱਚ ਆਪਸ਼ਨਸ ਆਪਾਂ ਨੂੰ ਦਿੱਤੀਆਂ ਹੋਏ ਨੇ ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਤੇ ਗੋਲਡ। ਤਾਂ ਇਹਦੇ ਵਿੱਚੋਂ ਪੋਟਾਸ਼ੀਅਮ ਜਿਹਦਾ ਸਿੰਬਲ K ਹੈ, ਸੈਕਿੰਡ ਆਪਸ਼ਨ ਕਰੈਕਟ ਆਪਸ਼ਨ ਹੈ। ਬੇਟਾ ਇਹ ਕੁਐਸਚਨ ਜਿਹੜਾ ਹੈਗਾ ਤੁਹਾਡੀ ਵਿਸਥਾਪਨ ਕਿਰਿਆ ਦੇ ਨਾਲ ਰਿਲੇਟ ਕਰਦਾ ਹੈਗਾ। ਵਿਸਥਾਪਨ ਕਿਰਿਆ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹੁੰਦੇ ਆ ਨਾ ਕਿ ਇੱਕ ਵੱਧ ਕਿਰਿਆਸ਼ੀਲ ਧਾਤ ਇੱਕ ਘੱਟ ਕਿਰਿਆਸ਼ੀਲ ਧਾਤ ਨੂੰ ਉਸਦੇ ਯੋਗਿਕ ਦੇ ਵਿੱਚੋਂ ਵਿਸਥਾਪਿਤ ਕਰ ਦਿੰਦੀ ਹੈਗੀ। ਠੀਕ ਹੈ, ਤੇ ਬੇਟਾ ਇਹਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੂੰਗੀ। ਮੰਨ ਲਓ ਕਿ ਆਪਾਂ ਇੱਥੇ ਆਪਣੇ ਕੋਲ ਪੋਟਾਸ਼ੀਅਮ ਆਪਸ਼ਨ ਨਾ ਹੁੰਦੀ, ਠੀਕ ਹੈ, ਮੈਂ ਇੱਥੇ ਕਾਪਰ ਪਾਤਾ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਫਿਰ ਮੈਗਨੀਸ਼ੀਅਮ, ਕਾਪਰ, ਆਇਰਨ ਤੇ 골ਡ ਵਿੱਚੋਂ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ। ਇਹਦੇ ਵਿੱਚ ਨਾਲ ਹੀ ਨਾਲ ਇੱਕ ਕੁਐਸਚਨ ਹੋਰ ਬਣ ਜਾਂਦਾ ਹੈ ਵੀ ਇਹਨਾਂ ਚਾਰਾਂ ਚੋਂ ਫਿਰ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਕਿਹੜੀ ਹੈ। ਘੱਟ ਕਿਰਿਆਸ਼ੀਲ ਧਾਤ ਤਾਂ ਦੇਖਣ ਵਾਸਤੇ ਬਹੁਤ ਵਧੀਆ ਤਰੀਕਾ ਹੈਗਾ ਵੀ ਜਿਹਨੂੰ ਜਲਦੀ ਜਲਦੀ ਜਿਹੜਾ ਖੋਰਨ ਨਹੀਂ ਹੁੰਦਾ। ਤਾਂ ਆਪਣੇ ਕੋਲ 골ਡ ਜਾਨੀ ਕਿ AU, ਜਿਹਦਾ ਸਿੰਬਲ AU ਹੈ, ਚੌਥੀ ਆਪਸ਼ਨ ਹੈ। ਉਹ ਇੱਕ ਅਜਿਹੀ ਧਾਤ ਹੈ, ਤੁਸੀਂ ਦੇਖਿਆ ਵੀ 골ਡ ਕਿੰਨਾ ਚਿਰ ਮਰਜ਼ੀ ਪਿਆ ਰਵੇ ਉਹ ਖਰਾਬ ਨਹੀਂ ਹੁੰਦਾ ਸੋਨਾ, ਠੀਕ ਹੈ, ਉਹਦਾ ਖੋਰਨ ਨਹੀਂ ਹੁੰਦਾ। ਤਾਂ ਸਭ ਤੋਂ ਕਿਰਿਆਸ਼ੀਲ ਧਾਤ ਇਹਨਾਂ ਦੇ ਵਿੱਚੋਂ ਤੁਹਾਡੀ 골ਡ ਹੈ। ਠੀਕ ਹੈ, 골ਡ ਤੇ ਪਲੈਟੀਨਮ ਇੱਕ ਅਜਿਹੀਆਂ ਧਾਤਾਂ ਨੇ ਜਿਨ੍ਹਾਂ ਦਾ ਆਪਾਂ ਮੰਨ ਕੇ ਚੱਲਦੇ ਹਾਂ ਵੀ ਇਹਨਾਂ ਦਾ ਖੋਰਨ ਨਾਮਾਤਰ ਹੁੰਦਾ ਹੈਗਾ ਜਾਂ ਨਹੀਂ ਹੁੰਦਾ ਹੈਗਾ। ਬੇਟਾ ਸੈਕਿੰਡ ਕੁਐਸਚਨ ਹੈ ਆਪਣਾ, ਜਲ ਦੇ ਬਿਜਲੀ ਅਪਘਟਨ ਨਾਲ ਉਤਪੰਨ ਹਾਈਡਰੋਜਨ ਅਤੇ ਆਕਸੀਜਨ ਦਾ ਅਨੁਪਾਤ ਹੈ। During electrolysis of water, hydrogen and oxygen are formed in the ratio। ਜਦੋਂ ਬਿਜਲੀ ਅਪਘਟਨ ਹੁੰਦਾ ਆਪਣੇ ਪਾਣੀ ਦਾ, ਜਲ ਦਾ, ਪਾਣੀ ਦੇ ਬਿਜਲੀ ਅਪਘਟਨ ਦੇ ਦੌਰਾਨ ਹਾਈਡਰੋਜਨ ਤੇ ਆਕਸੀਜਨ ਕਿਸ ਅਨੁਪਾਤ ਦੇ ਵਿੱਚ ਪੈਦਾ ਹੁੰਦੀ ਹੈ। ਠੀਕ ਹੈ, ਤਾਂ ਬੇਟਾ ਇਹ ਆਪਾਂ ਨੂੰ ਪਤਾ ਹੈ ਵੀ ਜਿਹੜਾ ਪਾਣੀ ਹੈ, ਵਾਟਰ ਹੈ, ਉਹਦਾ ਫਾਰਮੂਲਾ ਕੀ ਹੈ H2O। ਠੀਕ ਹੈ, ਤਾਂ ਫਾਰਮੂਲੇ ਤੋਂ ਹੀ ਆਪਾਂ ਨੂੰ ਪਤਾ ਚੱਲ ਰਿਹਾ ਹੈ ਵੀ ਹਾਈਡਰੋਜਨ ਦੀ ਜਿਹੜੀ ਅਮਾਉਂਟ ਹੈ ਉਹ ਆਕਸੀਜਨ ਦੇ ਨਾਲੋਂ ਕੀ ਹੈ, ਡਬਲ ਹੈ। ਜਦੋਂ ਇਲੈਕਟ੍ਰੋਲਿਸਿਸ ਹੁੰਦੀ ਹੈ ਤਾਂ ਇੱਕ ਵਾਟਰ ਦੇ ਮੋਲੀਕਿਊਲ ਤੋਂ ਇੱਕ ਹਾਈਡਰੋਜਨ ਤੇ ਹਾਫ ਮੋਲੀਕਿਊਲ ਆਫ ਆਕਸੀਜਨ ਬਣਦਾ ਹੈ। ਤਾਂ ਜਦੋਂ ਆਪਾਂ ਇਸ ਰਿਐਕਸ਼ਨ ਨੂੰ ਬੈਲੈਂਸ ਵੀ ਕਰਦੇ ਆ ਤਾਂ ਤੁਸੀਂ ਕੀ ਕਰਦੇ ਹੋ ਵੀ ਦੋ ਮੋਲੀਕਿਊਲਸ ਜਿਹੜੇ ਵਾਟਰ ਦੇ ਹੁੰਦੇ ਨੇ ਉਹ ਤੋਂ ਦੋ ਹਾਈਡਰੋਜਨ ਦੇ ਮੋਲੀਕਿਊਲ ਬਣਦੇ ਨੇ ਤੇ ਇੱਕ ਤੁਹਾਡੇ ਕੋਲ ਕੀ ਬਣਦਾ ਹੈ, ਆਕਸੀਜਨ ਬਣਦਾ ਹੈਗਾ। ਠੀਕ ਹੈ ਬੇਟਾ, ਤਾਂ ਇਹਦਾ ਆਨਸਰ ਕੀ ਆਊਗਾ 2:1। ਹਾਈਡਰੋਜਨ ਤੇ ਆਕਸੀਜਨ ਦਾ ਅਨੁਪਾਤ ਕੀ ਹੈ 2:1। ਇੱਥੇ ਰਿਵਰਸ ਵੀ ਹੋ ਸਕਦਾ ਸੀਗਾ, ਆਕਸੀਜਨ ਤੇ ਹਾਈਡਰੋਜਨ ਦਾ ਜੇ ਅਨੁਪਾਤ ਹੁੰਦਾ ਤਾਂ 1:2 ਆਣਾ ਸੀਗਾ। ਠੀਕ ਹੈ, ਪਰ ਆਪਣੇ ਕੋਲ ਹਾਈਡਰੋਜਨ ਆਕਸੀਜਨ ਪੁੱਛਿਆ ਤਾਂ 2:1। ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਹੈ। ਮੈਗਨੀਸ਼ੀਅਮ ਆਕਸਾਈਡ ਦਾ ਰਸਾਇਣਿਕ ਸੂਤਰ ਕੀ ਹੈਗਾ, ਦ ਕੈਮੀਕਲ ਫਾਰਮੂਲਾ ਆਫ ਮੈਗਨੀਸ਼ੀਅਮ ਆਕਸਾਈਡ ਇਜ਼। ਤਾਂ ਇਹਦੇ ਵਿੱਚ ਬੇਟਾ ਤੁਹਾਡੇ ਕੋਲ ਕੀ ਹੈ, ਇੱਕ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਕੋਲ ਜਿਹੜਾ ਹੈਗਾ ਮੈਗਨੀਸ਼ੀਅਮ ਹੈ, ਮੈਗਨੀਸ਼ੀਅਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ। 9th ਦੇ ਵਿੱਚ ਤੁਸੀਂ ਇਹ ਫਾਰਮੂਲਾਜ਼ ਬਣਾਉਣਾ ਸਿੱਖਦੇ ਹੋ। ਮੈਗਨੀਸ਼ੀਅਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ 2 ਇਲੈਕਟ੍ਰੋਨਸ ਹੈ। ਠੀਕ ਹੈ, ਤੇ ਆਕਸੀਜਨ ਦੇ ਆਊਟਰਮੋਸਟ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਹੈ। ਤਾਂ ਇਹਦਾ ਮਤਲਬ ਮੈਗਨੀਸ਼ੀਅਮ 2 ਇਲੈਕਟ੍ਰੋਨ ਦੇ ਦੂਗਾ ਤੇ ਆਕਸੀਜਨ 2 ਇਲੈਕਟ੍ਰੋਨ ਲੈ ਲੈਂਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ ਤੁਹਾਡੇ ਕੋਲ ਮੈਗਨੀਸ਼ੀਅਮ ਦੇ ਵਿੱਚ ਤੁਹਾਡੇ ਕੋਲ +2 ਤੇ ਆਕਸੀਜਨ ਦੀ -2 ਆ ਜੂਗੀ। ਤੁਸੀਂ ਕ੍ਰਾਸ ਕਰਕੇ ਇਹਦਾ ਜਿਹੜਾ ਹੈਗਾ ਫਾਰਮੂਲਾ ਬਣਾਉਂਦੇ ਹੁੰਦੇ ਸੀ, 2 ਦੇ ਨਾਲ 2 ਕੱਟ ਜਾਂਦਾ ਹੈ ਤਾਂ ਇਹਦਾ ਫਾਰਮੂਲਾ ਆਪਣੇ ਕੋਲ ਕੀ ਬਣਦਾ ਹੈ, ਮੈਗਨੀਸ਼ੀਅਮ ਆਕਸਾਈਡ ਯਾਨੀ ਕਿ MgO। ਥਰਡ ਆਪਸ਼ਨ ਜਿਹੜੀ ਹੈਗੀ ਹੈ ਕਰੈਕਟ ਆਪਸ਼ਨ ਹੈਗੀ ਹੈ। ਠੀਕ ਹੈ ਬੇਟਾ, ਫੋਰਥ ਕੁਐਸਚਨ ਕੀ ਹੈਗਾ, ਹੇਠ ਲਿਖਿਆ ਵਿੱਚੋਂ ਕਿਹੜੀ ਕਿਰਿਆ ਕਾਲੀ ਚਿੱਟੀ ਫੋਟੋਗ੍ਰਾਫੀ ਵਿੱਚ ਵਰਤੀ ਜਾਂਦੀ ਹੈ। which of the following reaction is used in black and white photography। ਬਲੈਕ ਐਂਡ ਵਾਈਟ ਦੇ ਵਿੱਚ ਸੰਯੋਜਨ ਕਿਰਿਆ ਯੂਜ਼ ਹੁੰਦੀ ਹੈ ਜਾਂ ਅਪਘਟਨ ਜਾਂ ਫਿਰ ਵਿਸਥਾਪਨ ਜਾਂ ਫਿਰ ਰਿਡਾਕਸ ਕਿਰਿਆ। ਤਾਂ ਬੇਟਾ ਡੀਕੰਪੋਜੀਸ਼ਨ ਮੀਨਸ ਆਪਣੀ ਜਿਹੜੀ ਅਪਘਟਨ ਕਿਰਿਆ ਹੈਗੀ ਉਹ ਤੁਹਾਡੀ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦੀ ਹੈ। ਪਤਾ ਹੈ ਤੁਹਾਡੇ ਕੋਲ ਕਿਹੜੀ
ਆਪਾਂ अपघटन ਦੀਆਂ ਤਿੰਨ ਕਿਸਮਾਂ ਕਰਦੇ ਨਾ, ਤਾਪ ਦੇ ਨਾਲ, ਬਿਜਲੀ ਦੇ ਨਾਲ ਤੇ ਪ੍ਰਕਾਸ਼ ਦੇ ਨਾਲ अपघटन। ਤਾਂ ਜਿਹੜਾ ਪ੍ਰਕਾਸ਼ੀ अपघटन ਹੈਗਾ ਉਹ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦਾ ਹੈ। 5th ਕੁਐਸਚਨ ਬੇਟਾ ਆਪਣਾ ਹੈਗਾ ਕਿਸੇ ਵਸਤੂ X ਦਾ ਘੋਲ ਸਫੇਦੀਕਰਨ ਲਈ ਵਰਤਿਆ ਜਾਂਦਾ ਹੈ। ਇਹ ਚੂਨੇ ਦੇ ਪੱਥਰ ਨੂੰ ਹਵਾ ਦੀ ਗੈਰ ਮੌਜੂਦਗੀ ਵਿੱਚ ਗਰਮ ਕਰਨ ਤੇ ਪ੍ਰਾਪਤ ਹੁੰਦਾ ਹੈ। X ਕੀ ਹੈ? ਠੀਕ ਹੈ, ਇੱਕ ਤੁਹਾਡੇ ਕੋਲ ਪਦਾਰਥ ਹੈਗਾ, ਇੱਕ ਘੋਲ ਹੈ ਜਿਹਨੂੰ ਤੁਸੀਂ ਵਾਈਟ ਵਾਸ਼ ਦੇ ਲਈ, ਕੰਧਾਂ ਤੇ ਵਾਈਟ ਕਲਰ ਕਰਨ ਦੇ ਲਈ ਵਰਤਦੇ ਹੋ, ਜਿਹਨੂੰ ਜਦੋਂ ਤੁਸੀਂ ਚੂਨੇ ਦੇ ਪੱਥਰ ਨੂੰ ਗਰਮ ਕਰੋ ਤਾਂ ਉਦੋਂ ਉਹ ਪ੍ਰਾਪਤ ਹੁੰਦਾ ਹੈ। ਤਾਂ ਉਹ ਕਿਹੜਾ ਸਬਸਟੈਂਸ ਹੈਗਾ? ਕੈਲਸ਼ੀਅਮ ਆਕਸਾਈਡ। ਅਗਲੀ ਸ਼ੀਟ ਦੇ ਵਿੱਚ ਇਹ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਮੈंने ਇਹਨਾਂ ਦੇ ਫਾਰਮੂਲੇ ਡਿਸਕਸ ਕੀਤੇ ਹੋਏ ਹੈ, ਪਲੱਸ ਇਹ ਡਿਸਕਸ ਕੀਤਾ ਵੀ ਇਹਨਾਂ ਸਭ ਦੇ ਕਾਮਨ ਨਾਮ, ਸਧਾਰਨ ਨਾਮ ਕੀ ਨੇ। A substance X is used in whitewashing and is obtained by heating limestone in the absence of air. Identify X. X ਕੀ ਹੈ? ਕੈਲਸ਼ੀਅਮ ਆਕਸਾਈਡ। ਠੀਕ ਹੈ, ਕੈਲਸ਼ੀਅਮ ਆਕਸਾਈਡ ਦੇ ਵਿੱਚ ਜਦੋਂ ਤੁਸੀਂ ਪਾਣੀ ਮਿਕਸ ਕਰਦੇ ਹੋ ਉਸ ਤੋਂ ਬਾਅਦ ਉਹ ਕੀ ਬਣਦਾ ਹੁੰਦਾ ਹੈ? ਕੈਲਸ਼ੀਅਮ ਹਾਈਡਰੋਕਸਾਈਡ। ਓਕੇ ਬੇਟਾ, ਨੈਕਸਟ ਆਪਣਾ ਕੁਐਸਚਨ ਹੈ ਬੇਟਾ ਕੁਐਸਚਨ 6 ਹੈ ਆਪਣਾ, ਹੇਠ ਲਿਖਿਆ ਵਿੱਚੋਂ ਕਿਹੜੀ ਗੈਸ ਉਹਨਾਂ ਭੋਜਨ ਪਦਾਰਥਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਵਿੱਚ ਤੇਲ ਜਾਂ ਚਰਬੀ ਹੁੰਦੀ ਹੈ। Which of the following gas is used for storage of food items containing fat? ਠੀਕ ਹੈ ਬੇਟਾ, ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਇੱਕ ਹੋਰ ਕੁਐਸਚਨ ਬਣਦਾ ਹੈ, ਉਹ ਰਹਿ ਗਿਆ ਇਹਦੇ ਵਿੱਚ ਪਾਣਾ ਵੀ ਜਦੋਂ ਤੁਹਾਡੇ ਭੋਜਨ ਪਦਾਰਥ ਹੈ ਜਿਹੜੇ ਆਕਸੀਜਨ ਦੇ ਸੰਪਰਕ ਦੇ ਵਿੱਚ ਆਉਂਦੇ ਨੇ, ਠੀਕ ਹੈ, ਸਪੈਸ਼ਲੀ ਉਹ ਭੋਜਨ ਪਦਾਰਥ ਜਿਨ੍ਹਾਂ ਦੇ ਵਿੱਚ ਤੇਲ ਜਾਂ ਚਰਬੀ ਹੁੰਦੀ ਹੈ, ਤਾਂ ਉਹਨਾਂ ਦਾ ਗੰਧ ਤੇ ਸਵਾਦ ਬਦਲ ਜਾਂਦਾ ਹੈ, ਉਹਨਾਂ ਦਾ ਸਮੈਲ ਤੇ ਟੇਸਟ ਚੇਂਜ ਹੋ ਜਾਂਦਾ ਹੈਗਾ, ਜਿਹਦੇ ਕਰਕੇ ਉਹ ਖਾਣ ਲਾਇਕ ਨਹੀਂ ਰਹਿੰਦੇ। ਤਾਂ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆਗੇ? ਰੈਂਸਿਡਿਟੀ, ਤੇ ਪੰਜਾਬੀ ਦੇ ਵਿੱਚ ਉਹਨੂੰ ਆਪਾਂ ਕੀ ਕਹਿੰਦੇ ਆ? ਦੁਰਗੰਧਤਾ ਕਹਿੰਦੇ ਆ। ਤਾਂ ਭੋਜਨ ਪਦਾਰਥਾਂ ਨੂੰ ਦੁਰਗੰਧਤਾ ਤੋਂ ਬਚਾਉਣ ਦੇ ਲਈ ਤੁਸੀਂ ਦੇਖਦੇ ਹੋ ਜਿਹੜੇ ਚਿਪਸ ਕੁਰਕੁਰੇ ਵਗੈਰਾ ਹੁੰਦੇ ਹੈਗੇ ਉਹਨਾਂ ਦੇ ਵਿੱਚ ਇੱਕ ਗੈਸ ਭਰੀ ਹੁੰਦੀ ਹੈਗੀ, ਤਾਂ ਉਹ ਗੈਸ ਕਾਦੇ ਲਈ ਭਰੀ ਹੁੰਦੀ ਹੈ? ਵੀ ਉਹ ਤੁਹਾਡੇ ਜਿਹੜੇ ਭੋਜਨ ਪਦਾਰਥ ਹੈ ਉਹ ਆਕਸੀਜਨ ਦੇ ਸੰਪਰਕ ਦੇ ਵਿੱਚ ਨਾ ਆਉਣ। ਤਾਂ ਕਿਹੜੀ ਗੈਸ ਹੁੰਦੀ ਹੈ? ਦੇਖੋ ਆਕਸੀਜਨ ਤਾਂ ਹੋਊਗੀ ਨਹੀਂ, ਕਾਰਬਨ ਡਾਈਆਕਸਾਈਡ ਵੀ ਨਹੀਂ ਹੈਗੀ ਗੀ, ਠੀਕ ਹੈ, ਕਿਉਂਕਿ ਆਪਾਂ ਨੇ ਆਕਸੀਕਰਨ ਕਰਨ ਤੋਂ ਰੋਕਣਾ ਹੈ। ਤਾਂ ਕਿਹੜਾ ਪਦਾਰਥ ਹੈ, ਕਿਹੜੀ ਗੈਸ ਹੈ ਆਪਣੀ? ਨਾਈਟ੍ਰੋਜਨ। ਠੀਕ ਹੈ, ਨਾਈਟ੍ਰੋਜਨ ਇੱਕ ਬਹੁਤ ਹੀ ਅਕਿਰਿਆਸ਼ੀਲ ਗੈਸ ਹੈ, ਉਹ ਜਲਦੀ ਜਲਦੀ ਕਿਸੇ ਨਾਲ ਕਿਰਿਆ ਨਹੀਂ ਕਰਦੀ, ਉਹਦਾ ਇਹ ਬੈਨੀਫਿਟ ਹੈ। ਬੇਟਾ 7th ਕੁਐਸਚਨ ਹੈ ਆਪਣੇ ਕੋਲ, ਹੇਠ ਲਿਖਿਆ ਵਿੱਚੋਂ ਕਿਹੜੀ ਗੈਸ ਚੂਨੇ ਦੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ? ਆਊਟ ਆਫ ਦਾ ਫੋਲੋਇੰਗ ਵਿਚ ਗੈਸ ਟਰਨਸ ਲਾਈਮ ਵਾਟਰ ਮਿਲਕੀ? ਕਿਹੜੀ ਗੈਸ ਜਿਹੜੀ ਹੈਗੀ ਹੈ ਚੂਨੇ ਦੇ ਪਾਣੀ ਨੂੰ ਦੁੱਧੀਆ ਕਰ ਦਿੰਦੀ ਹੈ? ਤੁਹਾਨੂੰ ਪਤਾ ਹੀ ਹੈਗਾ, ਕਾਰਬਨ ਡਾਈਆਕਸਾਈਡ ਜਿਹੜਾ ਹੈਗਾ ਇਹਦਾ ਕਰੈਕਟ ਆਂਸਰ ਹੈਗਾ, ਰਾਈਟ। ਨੈਕਸਟ ਕੁਐਸਚਨ ਹੈ, ਪ੍ਰਕਾਸ਼ ਸੰਸਲੇਸ਼ਨ ਕਿਰਿਆ ਇੱਕ ਡੈਸ਼ ਕਿਰਿਆ ਹੈ। ਫੋਟੋਸਿੰਥੇਸਿਸ ਇਜ਼ ਅ ਡੈਸ਼ ਪ੍ਰੋਸੈਸ। ਠੀਕ ਹੈ, ਪ੍ਰਕਾਸ਼ ਸੰਸਲੇਸ਼ਨ ਦੀ ਕਿਹੜੀ ਕਿਰਿਆ ਹੈਗੀ? ਤਾਪ ਨਿਕਾਸੀ, ਤਾਪ ਸੋਖੀ, ਅਵਖੇਪਨ ਜਾਂ ਉਪਰੋਕਤ ਸਾਰੀਆਂ। ਤਾਂ ਬੇਟਾ ਇਹ ਤਾਪ ਸੋਖੀ ਕਿਰਿਆ ਹੈ, ਜਿਹੜਾ ਸੂਰਜੀ ਪ੍ਰਕਾਸ਼ ਦੇ ਰੂਪ ਦੇ ਵਿੱਚ ਊਰਜਾ ਸੋਖੀ ਜਾਂਦੀ ਹੈ, ਉਹ ਕਿਰਿਆ ਜਿਹਦੇ ਵਿੱਚ ਕਿਸੇ ਵੀ ਕਿਸਮ ਦੀ ਊਰਜਾ ਸੋਖੀ ਜਾਂਦੀ ਹੈ ਉਹਨੂੰ ਅਸੀਂ ਤਾਪ ਸੋਖੀ ਜਾਂ ਫਿਰ ਐਂਡੋਥਰਮਿਕ ਰਿਐਕਸ਼ਨਸ ਕਹਿੰਦੇ ਆ। ਠੀਕ ਹੈ, ਜੋ ਮਤਲਬ ਨਿਕਲਣਾ, ਐਂਡੋ ਮਤਲਬ ਲੈਣਾ। ਠੀਕ ਹੈ ਬੇਟਾ, ਨੈਕਸਟ ਆਪਣੇ ਕੋਲ ਕੀ ਹੈ? ਸਾਹ ਕਿਰਿਆ। ਤਾਂ ਪ੍ਰਕਾਸ਼ ਸੰਸਲੇਸ਼ਨ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਸਾਹ ਕਿਰਿਆ ਤੇ ਹੈ। ਸਾਹ ਕਿਰਿਆ ਕਿਹੜੀ ਕਿਰਿਆ ਹੈਗੀ? ਇੱਕ ਡੈਸ਼ ਕਿਰਿਆ ਹੈ। ਸਾਹ ਕਿਰਿਆ ਦੇ ਵਿੱਚ ਫਿਰ ਕੀ ਹੁੰਦਾ ਹੈਗਾ? ਸਾਹ ਕਿਰਿਆ ਦੇ ਵਿੱਚ ਊਰਜਾ ਪੈਦਾ ਹੁੰਦੀ ਹੈ। ਆਪਾਂ ਡਿਟੇਲ ਕੁਐਸਚਨ ਦੇ ਵਿੱਚ ਵੀ ਤੁਸੀਂ ਵੀਡੀਓ ਦੇਖੀ ਹੋਈ ਹੈ, ਉਹਦੇ ਵਿੱਚ ਵੀ ਡਿਸਕਸ ਕੀਤਾ ਹੋਇਆ। ਰੈਸਪੀਰੇਸ਼ਨ ਇਜ਼ ਅ ਡੈਸ਼ ਰਿਐਕਸ਼ਨ, ਐਗਜ਼ੋਥਰਮਿਕ ਰਿਐਕਸ਼ਨ। ਓਕੇ ਬੇਟਾ, ਨੈਕਸਟ ਜਿਹੜੀ ਹੈਗੀ ਆਪਾਂ ਇਸੇ ਚੈਪਟਰ ਦੇ ਸ਼ਾਰਟ ਕੁਐਸਚਨ 1 ਮਾਰਕ ਦੇ ਕੁਐਸਚਨ ਹੀ ਡਿਸਕਸ ਕੀਤੇ ਹੈ। ਇਹ ਤੁਹਾਡੇ ਕੋਲ ਇਹ ਵੀ 1 ਮਾਰਕ ਦੇ ਵਿੱਚ ਆਣਗੇ MCQ ਦੇ ਨਾਲ। ਜੇ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਹੋਰ ਦੇਖਣੇ ਨੇ, ਇਹ ਮੈਂ ਸਿਰਫ ਇਸੇ ਚੈਪਟਰ ਦੇ ਪਾਏ ਹੈ, ਬਾਕੀ ਚੈਪਟਰ ਦੇ ਇਸ ਵੀਡੀਓ 'ਚ ਨਹੀਂ ਪਾਏ। ਬਾਕੀ ਚੈਪਟਰਸ ਦੇ ਦੇਖਣ ਦੇ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਵੀਡੀਓਜ਼ ਨੂੰ ਤੇ ਸ਼ੇਅਰ ਕਰੋ, ਤਾਂ ਕਿ ਤੁਹਾਡੇ ਵਾਸਤੇ ਇੰਨੀ ਮਿਹਨਤ ਕਰਕੇ ਅਸੀਂ ਵੀਡੀਓਜ਼ ਬਣਾ ਸਕੀਏ। ਤੇ ਬੇਟਾ ਆਪਣੇ ਕੋਲ ਕੀ ਹੈਗਾ? ਫਸਟ ਜਿਹੜਾ ਹੈਗਾ ਇਹਦੇ ਵਿੱਚ ਫਿਲ ਅਪ ਟਰੂ ਫਾਲਸ ਤੇ 1 ਮਾਰਕ ਟਾਈਪ 1 ਵਰਡ ਟਾਈਪ ਕੁਐਸਚਨਸ ਆਣਗੇ। ਅਵਖੇਪਨ ਕਿਰਿਆ ਵਿੱਚ ਅਘੁਲਨਸ਼ੀਲ ਡੈਸ਼ ਪੈਦਾ ਹੁੰਦਾ ਹੈ। ਜਿਹੜਾ ਉਹ ਅਘੁਲਨਸ਼ੀਲ ਪੈਦਾ ਹੋਇਆ ਉਹ ਕੀ ਹੈ? ਅਸਲ ਦੇ ਵਿੱਚ ਲੂਣ। ਪ੍ਰੈਸਿਪੀਟੇਸ਼ਨ ਰਿਐਕਸ਼ਨਸ ਪ੍ਰੋਡਿਊਸ ਇਨਸੋਲੂਬਲ ਸਾਲਟਸ। ਠੀਕ ਹੈ ਬੇਟਾ। ਸੈਕਿੰਡ ਹੈ, ਕਿਸੇ ਪਦਾਰਥ ਵਿੱਚ ਆਕਸੀਜਨ ਦੇ ਜੁੜਨ ਨੂੰ ਡੈਸ਼ ਕਹਿੰਦੇ ਨੇ। The addition of oxygen to a substance is called oxidation. ਜਦੋਂ ਆਕਸੀਜਨ ਜੁੜਦੀ ਹੈ ਤਾਂ ਉਹਨੂੰ ਅਸੀਂ ਆਕਸੀਕਰਨ ਜਾਂ ਫਿਰ ਆਕਸੀਡੇਸ਼ਨ ਕਹਿੰਦੇ ਆ। ਜਦੋਂ ਹਾਈਡਰੋਜਨ ਜੁੜਦੀ ਹੈ ਉਹਨੂੰ ਲਘੂਕਰਨ ਜਾਂ ਫਿਰ ਰਿਡਕਸ਼ਨ ਕਹਿੰਦੇ ਆਗੇ।
ठीक है। ਉਹ ਕਿਰਿਆ ਜਿਸ ਵਿੱਚ ਊਰਜਾ ਪੈਦਾ ਹੁੰਦੀ ਹੈ ਉਸ ਨੂੰ ਡੈਸ਼ ਕਹਿੰਦੇ ਨੇ। ਕਿਸੇ ਵੀ ਕਿਸਮ ਦੀ ਊਰਜਾ ਜਿਹਦੇ ਵਿੱਚ ਪੈਦਾ ਹੋਵੇ, ਨਿਕਲੇ, ਉਹਨੂੰ ਅਸੀਂ ਕੀ ਕਹਿੰਦੇ ਆ? ਤਾਪ ਨਿਕਾਸੀ ਕਿਰਿਆ। ਉਹਨੂੰ ਅਸੀਂ ਕੀ ਕਹਿੰਦੇ ਆ? ਤਾਪ ਨਿਕਾਸੀ ਕਿਰਿਆ। The reaction in which energy is given out is called endothermic reaction। ਜਿਹਦੇ ਵਿੱਚ એનર્ਜੀ ਨਿਕਲਦੀ ਹੈ ਉਹਨੂੰ ਐਂਡੋਥਰਮ, ਜਿਹਦੇ ਵਿੱਚ ਐਬਜ਼ੌਰਬ ਹੁੰਦੀ ਹੈ ਉਹ ਸੌਰੀ the reaction in which energy is given out is called exothermic reaction। ਜਿਹਦੇ ਵਿੱਚ એનર્ਜੀ ਨਿਕਲਦੀ ਹੈ ਉਹਨਾਂ 'ਚ ਐਗਜ਼ੋਥਰਮਿਕ, ਜਿਹਦੇ ਵਿੱਚ એનર્ਜੀ ਅਬਜ਼ੌਰਬ ਹੁੰਦੀ ਹੈ ਉਹ ਕੀ ਹੁੰਦੀ ਹੈ? ਐਂਡੋਥਰਮਿਕ ਰਿਐਕਸ਼ਨ, ਜਿਹਨੂੰ ਪੰਜਾਬੀ 'ਚ ਅਸੀਂ ਤਾਪ ਸੋਖੀ ਕਿਰਿਆ ਕਹਿੰਦੇ ਆ। ਜਦੋਂ એનર્ਜੀ ਸੋਖੀ ਜਾਵੇ, ਲਿੱਤੀ ਜਾਵੇ ਊਰਜਾ, ਤਾਂ ਉਹ ਤਾਪ ਸੋਖੀ ਬਣ ਜਾਂਦੀ। ਜਦੋਂ ਪੈਦਾ ਹੋਈ ਨਿਕਲੀ ਤਾਂ ਉਹਨੂੰ ਨਿਕਾਸੀ ਬਣ ਜਾਂਦੀ ਹੈ। ਠੀਕ ਹੈ ਬੇਟਾ। फोर्थ क्वेश्चन है, सारिया बलन क्रियावां ऑक्सीकरण क्रियावां ਹੁੰਦੀਆਂ ਹਨ, ਸਹੀ ਕਿ ਗਲਤ? ਇਹਦੇ ਵਾਸਤੇ ਮੈਂ ਕਲਾਸ ਦੇ ਵਿੱਚ ਇਹ ਐਗਜ਼ਾਮਪਲ ਤੁਹਾਨੂੰ ਸਮਝਾਈ ਸੀ ਕਿ ਆਪਾਂ ਛੋਟੀ ਕਲਾਸਾਂ ਦੇ ਵਿੱਚ ਇੱਕ ਕਿਰਿਆ ਨਹੀਂ ਕਰਦੇ ਸੀ ਕਿ ਜਲਨ ਦੇ ਲਈ ਆਕਸੀਜਨ ਦੀ ਲੋੜ ਹੈ। ਠੀਕ ਹੈ, ਬਿਨਾਂ ਆਕਸੀਜਨ ਤੋਂ ਜਲਨ ਨਹੀਂ ਹੁੰਦਾ। ਤਾਂ ਫਿਰ ਉੱਥੋਂ ਤੁਹਾਨੂੰ ਇਹ ਜਿਹੜਾ ਕੁਐਸਚਨ ਹੈ ਉਹ ਆ ਜਾਣਾ ਚਾਹੀਦਾ ਸੀ ਕਿ ਬਲਨ ਜਿਹੜੀਆਂ ਕਿਰਿਆਵਾਂ ਨੇ ਉਹ ਆਕਸੀਕਰਨ ਕਿਰਿਆਵਾਂ ਹੁੰਦੀਆਂ ਨੇ, ਆਕਸੀਜਨ ਤੋਂ ਬਿਨਾਂ ਬਲਨ ਨਹੀਂ ਸੰਭਵ। ਤਾਂ ਇਹ ਸਟੇਟਮੈਂਟ ਜਿਹੜੀ ਹੈਗੀ ਆ ਉਹ ਕਰੈਕਟ ਹੈ, ਮਤਲਬ ਤੁਹਾਡਾ ਉੱਤਰ ਕੀ ਬਣ ਜਾਂਦਾ ਹੈ? ਸਹੀ। ਆਲ ਕੰਬਸ਼ਨ ਰਿਐਕਸ਼ਨਸ ਆਰ ਆਕਸੀਡੇਸ਼ਨ ਰਿਐਕਸ਼ਨਸ, ਟਰੂ। ਠੀਕ ਹੈ, ਜਿਹਦੇ ਵਿੱਚ ਆਕਸੀਜਨ ਲਿੱਤੀ ਜਾਵੇ ਉਹਨੂੰ ਅਸੀਂ ਆਕਸੀਕਰਨ ਜਾਂ ਫਿਰ ਆਕਸੀਡੇਸ਼ਨ ਰਿਐਕਸ਼ਨਸ ਕਹਿੰਦੇ ਆ। ਕਾਪਰ ਸਲਫੇਟ ਦੇ ਘੋਲ ਦਾ ਰੰਗ ਕੀ ਹੁੰਦਾ ਹੈ? ਕੀ ਹੁੰਦਾ ਹੈਗਾ? ਬਲੂ, ਯਾਨੀ ਕਿ ਨੀਲਾ, ਨੀਲਾ ਹੁੰਦਾ ਹੈਗਾ। ਠੀਕ ਹੈ। what will be the color of copper sulfate solution? blue। ਜੰਗ ਦਾ ਰਸਾਇਣਿਕ ਸੂਤਰ ਲਿਖੋ। write the chemical formula of rust। ठीक है, रस्ट का केमिकल फार्मूला बेटा की है? Fe2O3x वाटर। x वाटर का मतलब भी जेडे ये वाटर ऑफ क्रिस्टलाइजेशन है ये ਤੁਹਾਡੇ ਕੋਲ ਕਿੰਨੇ ਵੀ ਹੋ ਸਕਦੇ ਆ, ਵੇਰੀ ਕਰਦੇ ਹੈਗੇ। ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਲਿਖੋ। ਰਾਈਟ ਦਾ ਮੋਲੀਕੂਲਰ ਫਾਰਮੂਲਾ ਆਫ ਕਿਊਕਲਾਈਮ। ਠੀਕ ਹੈ, ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਜਿਹੜਾ ਆਪਾਂ ਪਿੱਛੇ ਵੀ ਪੜ੍ਹ ਕੇ ਆਏ ਆ, ਜਿਹੜਾ ਵਾਈਟ ਵਾਸ਼ ਕਰਨ ਦੇ ਲਈ ਆਪਾਂ ਯੂਜ਼ ਕਰਦੇ ਆ, ਉਹ ਕੀ ਹੈ? CaO, ਯਾਨੀ ਕਿ ਕੈਲਸ਼ੀਅਮ ਆਕਸਾਈਡ। ਅਣਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ, ਮਤਲਬ ਹੁਣ ਆਪਾਂ ਨੇ ਬੁਝੇ ਹੋਏ ਚੂਨੇ ਜਦੋਂ ਪਾਣੀ ਪਾਤਾ ਤਾਂ ਉਹ ਕੀ ਬਣ ਜਾਂਦਾ ਹੈ? ਅਣਬੁਝਿਆ ਹੋਇਆ ਚੂਨਾ। ਰਾਈਟ ਦਾ ਮੋਲੀਕੂਲਰ ਫਾਰਮੂਲਾ ਆਫ ਸਲੀਕਡ ਲਾਈਮ, ਤਾਂ ਉਹ ਕੀ ਬਣ ਜਾਂਦਾ ਹੈ? ਕੈਲਸ਼ੀਅਮ ਹਾਈਡਰੋਆਕਸਾਈਡ, CaOH ਟਵਾਈਸ। ਠੀਕ ਹੈ, ਦੇਖ ਰਹੇ ਹੋ ਤੁਸੀਂ ਸਕਰੀਨ ਤੇ ਲਿਖਿਆ ਹੋਇਆ। ਚੂਨੇ ਦੇ ਪੱਥਰ ਯਾਨੀ ਕਿ ਸੰਗਮਰਮਰ ਦਾ ਰਸਾਇਣਿਕ ਸੂਤਰ। ਰਾਈਟ ਦਾ ਮੋਲੀਕੂਲਰ ਫਾਰਮੂਲਾ ਆਫ ਲਾਈਮਸਟੋਨ, कैल्शियम कार्बोनेट, CaCO3, राइट। बेटा ध्यान नाल देख लो, क्यूकलाइम, स्लैकलाइम एंड लाइमस्टोन। ठीक है, पंजाबी च बुझिया होया चूना, अणबुझिया होया चूना ते चूने दा पत्थर। जेदी मैं तुहानू किरिया दसां तां पहला तुहाडे कोल जिहड़ा तुसीं सफेदी करन दे लई वरतदे हो ਉਹ ਕੀ ਹੁੰਦਾ ਹੈ? बुझिया होया चूना। बुझिया होया चूना है, फिर उस बुझे होए चूने च पानी मिल जाता है। ਜਦੋਂ ਤੁਸੀਂ ਕਰਦੇ ਹੋ ਤਾਂ ਪਾਣੀ ਮਿਲਾ ਕੇ ਉਹਨੂੰ ਲਗਾਉਂਦੇ ਹੋਗੇ ਤਾਂ ਉਹ ਤੁਹਾਡੇ ਕੋਲ ਅਣਬੁਝਿਆ ਹੋਇਆ ਚੂਨਾ ਬਣ ਜਾਂਦਾ ਹੈ। ਉਸ ਅਣਬੁਝੇ ਹੋਏ ਚੂਨੇ ਨੂੰ ਜਦੋਂ ਤੁਸੀਂ ਦੀਵਾਰਾਂ ਤੇ ਲਗਾ ਦਿੰਦੇ ਹੋ ਤਾਂ ਤੁਹਾਡੀ ਹਵਾ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਮੌਜੂਦ ਹੈ ਉਹਦੇ ਨਾਲ ਉਹ ਕਿਰਿਆ ਕਰਕੇ ਕੀ ਬਣਾ ਦਿੰਦਾ ਹੈ? ਕੈਲਸ਼ੀਅਮ ਕਾਰਬੋਨੇਟ ਬਣਾ ਦਿੰਦਾ ਹੈ। ਤਾਂ ਹੀ ਤੁਸੀਂ ਦੇਖਦੇ ਹੋ ਨਾ ਇੱਕ ਪਪੜੀ ਜੀ ਜਿਹੜੀ ਹੈਗੀ ਆ ਉਹ ਬਣ ਜਾਂਦੀ ਹੈ ਤੇ ਵਾਈਟ ਵਾਈਟ ਤੁਹਾਡੇ ਕੋਲ ਚਮਕ ਤੁਹਾਨੂੰ ਦਿਖਦੀ ਹੈ, ਜਿਵੇਂ ਕਿ ਇੱਕ ਮਾਰਬਲ ਦੀ ਚਮਕ ਹੁੰਦੀ ਹੈ। ਠੀਕ ਹੈ ਬੱਚੋ, ਨੈਕਸਟ ਚਲਿए बेटा। नेक्स्ट अपना जो चैप्टर है कार्बन एंड इट्स कंपाउंड, चैप्टर 4 कार्बन ਅਤੇ ਇਸਦੇ ਯੌਗਿਕ। ठीक है, इस चैप्टर चो बाला कुछ नहीं डिडक्ट होया हुआ तो तुसी ਇਹਨੂੰ ਸਾਰਾ ਚੰਗੀ ਤਰ੍ਹਾਂ प्रिपेयर करना है। ਕਾਰਬੋਕਸ ਇਹਦੇ ਚ ਫਰਸਟ ਕੁਐਸਚਨ ਹੈ ਆਪਣੇ ਕੋਲ, ਕਾਰਬੋਕਸਿਲਿਕ ਤੇਜ਼ਾਬ ਦੀ ਅਲਕੋਹਲ ਨਾਲ ਕਿਰਿਆ ਨੂੰ ਕੀ ਕਹਿੰਦੇ ਨੇ? The reaction of carboxylic acids with alcohols are called, ਕਿ ਉਹਨੂੰ ਆਪਾਂ ਹਾਈਡਰੋਜਨੀਕਰਨ ਜਾਂ ਫਿਰ ਹਾਈਡਰੋਜੀਨੇਸ਼ਨ ਕਹਿੰਦੇ ਆ, ਸਫਾਈਕਰਨ ਜਾਂ ਫਿਰ ਕਲੀਨਜ਼ਿੰਗ ਕਹਿੰਦੇ ਆ, ਐਸਟਰੀਕਰਨ ਐਸਟੈਰੀਫਿਕੇਸ਼ਨ ਕਹਿੰਦੇ ਆ, ਬਹੁਲੀਕਰਨ ਯਾਨੀ ਕਿ ਪੋਲੀਮਰਾਈਜੇਸ਼ਨ ਕਹਿੰਦੇ ਆ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਤੇਜ਼ਾਬ ਤੇ ਅਲਕੋਹਲ ਦੀ ਕਿਰਿਆ ਹੈ ਉਹਦੇ ਵਿੱਚ ਐਸਟਰ ਬਣਦਾ ਹੈਗਾ। ਠੀਕ ਹੈ, ਤਾਂ ਐਸਟਰ ਦੀ ਫਾਰਮੇਸ਼ਨ ਕਾਰਨ ਆਪਾਂ ਇਹਨੂੰ ਐਸਟੈਰੀਫਿਕੇਸ਼ਨ ਰਿਐਕਸ਼ਨ ਕਹਿੰਦੇ ਆ, ਐਸਟਰੀਕਰਨ ਕਹਿੰਦੇ ਆ। ਠੀਕ ਹੈ ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ ਸੂਤਰ ਸਾਈਕਲੋਬਿਊਟੇਨ ਦਾ ਹੈ? ਠੀਕ ਹੈ, ਸਾਈਕਲੋਬਿਊਟੇਨ ਦਾ ਸੂਤਰ ਤੁਹਾਡੇ ਕੋਲ ਬੇਟਾ ਕੀ ਹੋਊਗਾ? ਦੇਖੋ ਇੱਥੇ ਅਲਕੇਨ ਹੈ, ਅਲਕੇਨ ਦਾ ਵੈਸੇ ਜਨਰਲ ਫਾਰਮੂਲਾ CnH2n+2 ਹੁੰਦਾ। ਠੀਕ ਹੈ, ਬਟ ਜਦੋਂ ਉਹ ਸਾਈਕਲੋ ਬਣ ਜਾਂਦਾ ਹੈ ਤਾਂ ਦੋ ਹਾਈਡਰੋਜਨ ਕੀ ਹੈ? ਘਟ ਜਾਂਦੀਆਂ ਨੇ, ਤਾਂ ਉਹ ਕਿਹੜਾ ਫਾਰਮੂਲਾ ਫੋਲੋ ਕਰਦੀਆਂ ਨੇ? CnH2 ਹੈ। ਠੀਕ ਹੈ,
ਤਾਂ ਇਹਦੇ ਵਿੱਚ ਜਿਹੜਾ ਸਾਈਕਲੋਬਿਊਟੇਨ ਹੈ ਉਹਦਾ ਫਾਰਮੂਲਾ ਤੁਹਾਡੇ ਕੋਲ ਫਿਰ ਕੀ ਬਣ ਜਾਂਦਾ ਹੈ C4H8 ਰਾਈਟ। ਮੀਥੇਨ ਵਿੱਚ ਕਿੰਨੇ ਇਕਹਿਰੇ ਬੰਧਨ ਹੁੰਦੇ ਨੇ? ਹਾਊ ਮੈਨੀ ਸਿੰਗਲ ਬੌਂਡਸ ਆਰ ਪ੍ਰੈਜ਼ੈਂਟ ਇਨ ਮੀਥੇਨ? 4 5 3 8। ਤੁਹਾਨੂੰ ਪਤਾ ਹੈ ਵੀ ਮੀਥੇਨ ਇੱਕ ਕਾਰਬਨ ਵਾਲਾ ਜਿਹੜਾ ਪਹਿਲਾਂ ਹੀ ਆਪਣਾ ਯੋਗਿਕ ਹੈ ਉਹਨੂੰ ਅਸੀਂ ਮੀਥੇਨ ਕਹਿੰਦੇ ਆ। ਮੀਥੇਨ ਨੇ ਚਾਰੋਂ ਦੇ ਚਾਰੋਂ ਸਿੰਗਲ ਬੌਂਡ ਬਣਾਏ ਹੁੰਦੇ ਨੇ, ਇਕਹਿਰੇ ਬੰਧਨ ਬਣਾਏ ਨੇ ਹਾਈਡਰੋਜਨ ਦੇ ਵਿੱਚ, ਤੇ ਇਹਦਾ ਆਨਸਰ ਕੀ ਬਣਦਾ ਆਪਣੇ ਕੋਲ 4। ਅਲਕਾਈਨ ਦਾ ਸਧਾਰਨ ਸੂਤਰ ਬੇਟਾ, ਇਹ ਅਲਕਾਈਨ ਅਲਕੀਨ ਤੇ ਅਲਕੇਨ ਤਿੰਨਾਂ ਦਾ ਮੈਨੇ ਪਾਇਆ ਹੋਇਆ ਹੈ। ਪਹਿਲਾ ਮੈਨੇ ਅਲਕਾਈਨ ਦਾ ਪਾਇਆ ਟ੍ਰਿਪਲ ਬੌਂਡ ਜਿਹਦੇ ਵਿੱਚ ਹੁੰਦਾ ਟ੍ਰਿਪਲ ਬੌਂਡ ਵੇਲੇ ਤੁਹਾਨੂੰ ਪਤਾ ਹੈ ਵੀ 4 ਹਾਈਡਰੋਜਨ ਜਿਹੜੀਆਂ ਹੈਗੀਆਂ ਨੇ ਉਹ ਘਟ ਜਾਂਦੀਆਂ ਨੇ ਹੈਗੀਆਂ ਆਪਣੀ ਅਲਕੇਨ ਦੇ ਕੰਪੈਰੀਜ਼ਨ। ਤਾਂ ਅਲਕੇਨ ਦਾ ਕੀ ਹੁੰਦਾ CnH2n+2 ਹੁੰਦਾ, ਤਾਂ 4 ਘਟ ਗਈਆਂ ਤਾਂ ਤੁਹਾਡੇ ਕੋਲ ਅੱਗੇ ਕੀ ਹੈਗਾ, ਤਾਂ ਇਹਦੇ ਵਿੱਚ ਬੇਟਾ ਕੀ ਬਣ ਜਾਊਗਾ ਤੁਹਾਡੇ ਕੋਲ CnH2n-2। ਠੀਕ ਹੈ, ਤਾਂ ਇਹ ਤੁਹਾਨੂੰ ਬੇਟਾ ਜਦੋਂ ਤੁਸੀਂ ਲਿਖ ਕੇ ਦੇਖਿਆ ਕਰੋ, ਧਿਆਨ ਨਾਲ ਇਹਨੂੰ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਜਿਹੜੇ ਇਹ ਸਾਰੇ ਫਾਰਮੂਲੇ ਆਪਣੇ ਆਪ ਕਲੀਅਰਲੀ ਸਮਝ ਆ ਜਾਣਗੇ। ਠੀਕ ਹੈ, ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਅਲਕੀਨ ਦਾ ਕੀ ਹੈ ਤੇ ਅਲਕੇਨ ਦਾ ਕੀ ਹੈ। ਕੀਟੋਨ ਵਿੱਚ ਕਿਰਿਆਤਮਕ ਸਮੂਹ ਹੁੰਦਾ ਹੈ। ਕੀਟੋਨ ਦੇ ਵਿੱਚ ਕਿਹੜਾ ਕਿਰਿਆਤਮਕ ਸਮੂਹ ਹੈ? ਫੰਕਸ਼ਨਲ ਗਰੁੱਪ ਪ੍ਰੈਜ਼ੈਂਟ ਇਨ ਕੀਟੋਨ ਇਜ਼, ਇਹ ਮੈਂ ਤੁਹਾਨੂੰ ਸਾਰੇ ਇੱਥੇ ਦੱਸੂਗੀ, ਚਾਹੇ ਮੈਨੇ ਕੁਐਸਚਨ ਇੱਕੋ ਹੀ ਪਾਇਆ COOH ਜਿਹੜਾ ਹੈਗਾ ਫਸਟ ਜਿਹੜਾ ਆਪਾਂ ਲਿਖਿਆ ਹੋਇਆ ਹੈ, ਇਹ ਤੁਹਾਡੇ ਕੋਲ ਕਾਰਬੋਕਸਿਲਿਕ ਤੇਜ਼ਾਬ ਦਾ ਕਿਰਿਆਤਮਕ ਸਮੂਹ ਹੈ। CHO ਐਲਡੀਹਾਈਡ ਦਾ ਕਿਰਿਆਤਮਕ ਸਮੂਹ ਹੈ। ਤੇ ਤੁਹਾਡੇ ਤੋਂ ਜਿਹੜਾ ਕੀਟੋਨ ਇੱਥੇ ਕੁਐਸਚਨ 'ਚ ਪੁੱਛਿਆ ਗਿਆ ਥਰਡ C ਡਬਲ ਬੌਂਡ O ਜਿਹੜਾ ਹੈਗਾ ਕੀਟੋਨ ਦਾ ਕਿਰਿਆਤਮਕ ਸਮੂਹ ਹੈ। ਫੋਰਥ ਜਿਹੜਾ OH ਹੈ ਇਹ ਤੁਹਾਡਾ ਅਲਕੋਹਲ ਦਾ ਕਿਰਿਆਤਮਕ ਸਮੂਹ ਹੁੰਦਾ ਹੈ। ਠੀਕ ਹੈ, ਸਮਝ ਆ ਗਈ ਗੱਲ? ਤਾਂ ਇਸ ਦੇ ਕੀਟੋਨ ਦਾ ਕਿਰਿਆਤਮਕ ਸਮੂਹ ਕਿਹੜਾ ਹੈ? C ਡਬਲ ਬੌਂਡ O। ਹਾਂਜੀ ਬੇਟਾ, 6th ਕੁਐਸਚਨ, ਕਾਰਬਨ ਪਰਮਾਣੂ ਦੇ ਸਭ ਤੋਂ ਬਾਹਰਲੀ ਸ਼ੈਲ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ? ਹਾਊ ਮੈਨੀ ਇਲੈਕਟ੍ਰੋਨਸ ਆਰ ਪ੍ਰੈਜ਼ੈਂਟ ਇਨ ਆਊਟਰਮੋਸਟ ਸ਼ੈਲ ਆਫ ਕਾਰਬਨ? ਠੀਕ ਹੈ, ਤਾਂ ਇਹ ਤਾਂ ਆਪਾਂ ਬਹੁਤ ਡਿਟੇਲਸ ਕਰਦੇ ਆ ਵੀ ਜਿਹੜੀ ਕਾਰਬਨ ਦੀ ਸੰਯੋਜਕਤਾ ਹੈ ਉਹ ਕਿੰਨੀ ਹੈ? 4। ਠੀਕ ਹੈ, ਤਾਂ ਜਿਹਨੂੰ ਤੁਸੀਂ ਕਾਰਬਨ ਨੂੰ ਕਹਿੰਦੇ ਕਾਰਬਨ ਇਜ਼ ਅ ਟੈਟਰਾਵੇਲੈਂਟ ਐਲੀਮੈਂਟ। ਠੀਕ ਹੈ, ਕਾਰਬਨ ਕੀ ਹੈ? ਟੈਟਰਾਵੇਲੈਂਟ ਹੈ, ਤਾਂ ਮੀਨਸ ਕਿ ਇਹਦੀ ਜਿਹੜੇ ਬਾਹਰ ਵਾਲੇ ਸ਼ੈਲ ਦੇ ਵਿੱਚ ਇਲੈਕਟ੍ਰੋਨਸ ਹੋਣਗੇ ਉਹ ਕਿੰਨੇ ਹੋਣਗੇ? 4। ਇਹਦੀ ਵੈਲੈਂਸੀ ਜਾਂ ਸੰਯੋਜਕਤਾ ਕਿੰਨੀ ਹੋਊਗੀ? 4। ਇਹ ਕੁਐਸਚਨ ਕਿਵੇਂ ਵੀ ਪੁੱਛਿਆ ਜਾਂਦਾ, ਸੰਯੋਜਕਤਾ ਦੱਸੋ ਜਾਂ ਤੁਹਾਡੇ ਕੋਲ ਵੈਲੈਂਸੀ ਦੱਸੋ, ਜਾਂ ਤੁਸੀਂ ਇਹ ਕਹੋਗੇ ਆਊਟਰਮੋਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੈ, ਇਹ ਕਿਵੇਂ ਵੀ ਹੋ ਸਕਦਾ। ਐਲਕੀਨ ਦਾ ਸਧਾਰਨ ਸੂਤਰ ਹੈ। ਅਲਕੇਨ, the general formula of alkene is, ਅਲਕੇਨ ਤੁਹਾਨੂੰ ਪਤਾ ਹੈ ਉਹ ਹਾਈਡਰੋਕਾਰਬਨ ਹੈ ਜਿਹਦੇ ਵਿੱਚ ਸਾਰੇ ਦੇ ਸਾਰੇ ਸਿੰਗਲ ਬੌਂਡ ਹੁੰਦੇ ਨੇ, ਜਿਹਨੂੰ ਅਸੀਂ ਸੰਤ੍ਰਿਪਤ ਜਾਂ ਫਿਰ ਸੈਚੂਰੇਟਿਡ ਹਾਈਡਰੋਕਾਰਬਨ ਕਹਿੰਦੇ ਹੈਗੇ। ਤਾਂ ਇਹਦਾ ਜਨਰਲ ਫਾਰਮੂਲਾ ਬੇਟਾ ਕੀ ਹੈ? CnH2n+2। ਠੀਕ ਹੈ ਬੱਚੋ, ਤੇ 8th ਕੁਐਸਚਨ ਬੇਟਾ ਆਪਣੇ ਕੋਲ ਹੈ ਅਲਕੀਨ ਦਾ ਸਧਾਰਨ ਸੂਤਰ। ਅਲਕੀਨ ਜਿਹਦੇ ਵਿੱਚ ਡਬਲ ਬੌਂਡ ਹੁੰਦਾ ਹੈ। ਜਨਰਲ ਫਾਰਮੂਲਾ ਆਫ ਅਲਕੀਨ ਇਜ਼ CnH2n। ਠੀਕ ਹੈ, ਹਾਈਡਰੋਜਨ ਜਿਹੜੀ ਹੁੰਦੀ ਹੈ ਕਾਰਬਨ ਦੇ ਨਾਲੋਂ ਡਬਲ ਹੁੰਦੀ ਹੈ, 2n ਦਾ ਮਤਲਬ ਇਹ ਹੈ। ਫਾਰਮੂਲਾ ਬੇਟਾ ਇਹਦੇ 'ਚ n ਜਿੰਨੀਆਂ ਕਾਰਬਨ ਹੈ ਉਸ ਤੋਂ ਡਬਲ ਕੀ ਹੋਣਗੀਆਂ? ਹਾਈਡਰੋਜਨਸ ਹੋਣਗੀਆਂ। ਠੀਕ ਹੈ, ਪਾਣੀ ਦੀ ਕਠੋਰਤਾ ਕਿਹੜੇ ਆਇਨਾਂ ਕਰਕੇ ਹੁੰਦੀ ਹੈ? ਵਿਚ ਆਇਨਸ ਆਰ ਰਿਸਪੌਂਸਿਬਲ ਫॉर ਹਾਰਡਨੈਸ ਆਫ ਵਾਟਰ? ਕੈਲਸ਼ੀਅਮ ਕਰਕੇ, Ca2 ਪੋਜ਼ਿਟਿਵ, Mg2 ਪੋਜ਼ਿਟਿਵ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੋਨਾਂ ਕਰਕੇ, ਤੇ ਸੋਡੀਅਮ ਦੇ ਆਇਨਸ ਕਰਕੇ। ਤਾਂ ਬੇਟਾ ਇਹਦੇ 'ਚ ਕਰੈਕਟ ਆਨਸਰ ਕੀ ਹੈ? ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਆਇਨਸ ਕਰਕੇ ਪਾਣੀ ਜਿਹੜਾ ਹੁੰਦਾ ਤੁਹਾਡਾ ਹਾਰਡ ਜਾਂ ਫਿਰ ਕਠੋਰ ਹੁੰਦਾ ਹੈਗਾ। ਬਾਲਣ ਦੇ ਰੂਪ ਵਿੱਚ ਕਿਸ ਹਾਈਡਰੋਕਾਰਬਨ ਦਾ ਸਭ ਤੋਂ ਵੱਧ ਪ੍ਰਯੋਗ ਹੁੰਦਾ ਹੈ? ਇਨ ਫਿਊਲਸ ਵਿੱਚ ਹਾਈਡਰੋਕਾਰਬਨ ਇਜ਼ ਮੋਸਟ ਕਾਮਨਲੀ ਯੂਜ਼ਡ। ਮੀਥੇਨ ਜਿਹੜਾ ਹੈਗਾ ਆਪਣਾ ਅਜਿਹਾ ਹਾਈਡਰੋਕਾਰਬਨ ਹੈ ਜਿਹੜਾ ਜਨਰਲੀ ਫਿਊਲਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂਗੇ। ਫਿਊਲਸ ਦੇ ਮਤਲਬ ਆਪਣੇ ਫਿਊਲਸ ਦੇ ਵਿੱਚ ਮੀਥੇਨ ਪ੍ਰੈਜ਼ੈਂਟ ਹੁੰਦਾ ਹੈਗਾ। ਠੀਕ ਹੈ, ਮੀਥੇਨ ਨੂੰ ਜਦੋਂ ਬਰਨ ਕਰਦੇ ਆ ਤਾਂ ਆਪਾਂ ਨੂੰ એનર્ਜੀ ਮਿਲਦੀ ਹੈਗੀ। ਓਕੇ ਬੱਚਾ, ਬੇਟਾ ਆਪਣਾ ਨੈਕਸਟ ਚੈਪਟਰ ਹੈ ਚੈਪਟਰ 5 ਲਾਈਫ ਪ੍ਰੋਸੈਸਿਸ। ਜਿਹੜੀ ਇਹ ਚੈਪਟਰ ਸੀ ਨੰਬਰਿੰਗ ਕੀਤੀ ਹੋਈ ਹੈ ਨਵੀਂ ਬੁੱਕ ਦੇ ਨਵੇਂ ਰਿਕਾਰਡਿੰਗ ਕੀਤੀ ਹੋਈ ਹੈ, ਜਿਹਦੇ ਵਿੱਚ ਆਪਣਾ ਪੁਰਾਣੀ ਬੁੱਕ ਦੇ ਵਿੱਚ 5th ਚੈਪਟਰ ਜਿਹੜਾ ਹੁੰਦਾ ਸੀ ਉਹ ਡਿਡਕਟ ਹੋ ਗਿਆ, ਤਾਂ ਹੁਣ ਆਪਣਾ 5th ਚੈਪਟਰ ਹੈ ਲਾਈਫ ਪ੍ਰੋਸੈਸਿਸ। ਇਹਦੇ ਵਿੱਚ ਮੇਰਾ ਆਪਣਾ ਫਰਸਟ ਕੁਐਸਚਨ ਹੈ ਅਮੀਬਾ ਵਿੱਚ ਭੋਜਨ ਦਾ ਪਾਚਨ ਹੁੰਦਾ ਹੈ। ਇਨ ਅਮੀਬਾ ਫੂਡ ਇਜ਼ ਡਾਈਜੈਸਟਡ ਇਨ ਦਾ ਫੂਡ ਵੈਕਿਊਲ ਭੋਜਨ ਰਸਤਾਨੀ, ਰਾਈਬੋਸੋਮਸ, ਆਭਾਸੀ ਪੈਰ ਜਾਨੀ ਕਿ ਸਿਊਡੋਪੋਡੀਆ, ਕੇਂਦਰਕ ਜਾਨੀ ਕਿ ਨਿਊਕਲੀਅਸ। ਬੇਟਾ ਬਹੁਤ ਸਾਰੇ ਬੱਚੇ ਕਈ ਵਾਰ ਇਹਦਾ ਆਨਸਰ ਸਿਊਡੋਪੋਡੀਆ ਦਿੰਦੇ ਆ। ਸਿਊਡੋਪੋਡੀਆ ਸਿਰਫ ਭੋਜਨ ਨੂੰ ਪਕੜਨ ਦੇ ਵਿੱਚ ਹੈਲਪ ਕਰਦਾ ਹੈ, ਅੰਦਰ ਲੈ ਕੇ ਜਾਣ ਦੇ ਵਿੱਚ ਹੈਲਪ ਕਰਦਾ ਹੈ, ਪਾਚਨ ਦੇ ਵਿੱਚ ਨਹੀਂ ਹੈਲਪ ਕਰਦਾ।
पाचन जिहड़ा हुंदा है, जिहड़ी ओह भोजन स्थानी बन गई ਉਹਦੇ ਵਿੱਚ ਹੁੰਦਾ ਹੈਗਾ, ठीक है, फूड वैक्यूल ਦੇ ਵਿੱਚ ਹੁੰਦਾ ਹੈ, राइट। सेकेंड क्वेश्चन है जिगर विचों केड़ा रस निकलदा है, विच जूस इज सिक्रीटेड बाय लीवर। लीवर ਜਾਂ जिगर केड़ा रस सिक्रीट करदा है, जूस दिंदा हैगा, जिगर रस यानी कि लीवर जूस, पित्ता रस यानी कि बाइल जूस, आंदर रस यानी कि इंटेस्टाइनल जूस, लुम्बा रस यानी कि पैनक्रेटिक जूस। ठीक है बेटा, ਇਹਦੇ ਵਿੱਚ ਕੀ ਹੈਗਾ, इंटेस्टाइनल जूस ਤੇ ਪੈਨਕ੍ਰੀਏਟਿਕ ਜੂਸ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਅੰਦਰ ਰਸ ਹੈ ਜਿਹੜਾ ਅੰਦਰ ਹੀ ਦਊਗੀ, ਲੂੰਬਾ ਰਸ ਹੈ ਰੂੰਬਾ ਹੀ ਦਊਗੀ। ਪਰ ਇਸ ਤੋਂ ਫਿਰ ਤੁਹਾਨੂੰ ਇਹ ਵੀ ਹੋ ਸਕਦਾ ਵੀ ਜਿਗਰ ਜਿਹੜਾ ਹੈਗਾ ਉਹ ਜਿਗਰ ਰਸ ਦਊਗਾ, ਲੀਵਰ ਜੂਸ। ਠੀਕ ਹੈ, ਬਟ ਲੀਵਰ ਜੂਸ ਨਹੀਂ ਹੁੰਦਾ ਕੋਈ ਵੀ, ਤਾਂ ਜਿਹੜਾ ਲੀਵਰ ਸਿਕਰੀਟ ਕਰਦਾ ਉਹਨੂੰ ਅਸੀਂ ਪੀਤਾ ਰਸ ਜਾਂ ਬਾਈਲ ਜੂਸ ਕਿਉਂ ਕਹਿੰਦੇ ਆ, ਕਿਉਂਕਿ ਉਹ ਤੁਹਾਡੇ ਪੀਤਾ ਯਾਨੀ ਕਿ ਗਾਲ ਬਲੈਡਰ ਦੇ ਵਿੱਚ ਜਾ ਕੇ ਸਟੋਰ ਹੋ ਜਾਂਦਾ ਹੈ। ਠੀਕ ਹੈ, ਜਿਹੜਾ ਤੁਹਾਡੀ ਸਿਕਰੀਸ਼ਨਸ ਹੈ ਲੀਵਰ ਦਿੰਦਾ ਹੈਗਾ, ਲੀਵਰ ਸਿਕਰੀਟ ਕਰ ਦਿੰਦਾ, ਉਹ ਡਾਇਰੈਕਟਲੀ ਇੰਟੈਸਟਾਈਨ ਨੂੰ ਨਹੀਂ ਦਿੰਦਾ। ਉਹ ਕੀ ਕਰਦਾ ਹੈਗਾ, ਉਹ ਆਪਣਾ ਜਿਹੜਾ ਗਾਲ ਬਲੈਡਰ ਹੈ ਯਾਨੀ ਕਿ ਪੀਤਾ ਹੈ ਉਹਦੇ ਵਿੱਚ ਲੀਵਰ ਦੀ ਸਿਕਰੀਸ਼ਨ ਚਲੀ ਜਾਂਦੀ ਹੈ, ਉੱਥੇ ਸਟੋਰ ਰਹਿੰਦੀ ਹੈ, ਲੋਡ ਪੈਣ ਤੇ ਜਿਹੜਾ ਹੈਗਾ ਪੀਤਾ ਤੁਹਾਡਾ ਜਿਹੜਾ ਗਾਲ ਬਲੈਡਰ ਹੈ ਉਹ ਸਿਕਰੀਟ ਕਰਦਾ ਹੈ ਤੇ ਇੰਟੈਸਟਾਈਨ ਨੂੰ ਭੇਜਦਾ ਹੈ, ਤਾਂ ਇਹਨੂੰ ਪੀਤਾ ਰਸ ਕਿਹਾ ਜਾਂਦਾ ਹੈ, ਜਿਗਰ ਰਸ ਨਹੀਂ ਕਿਹਾ ਜਾਂਦਾ। थर्ड क्वेश्चन है मनुख विच गुर्दा किस प्रणाली का भाग है, इन ह्यूमन किडनीज आर पार्ट ऑफ विच सिस्टम। तो यह तो सिंपल ही है, मल त्याग या एक्सक्रीटरी सिस्टम का पार्ट होंगे है तुहाडे किडनीज। बेटा फोर्थ क्वेश्चन, हरे पौधों विचों किस किस्म का पोषण होंदा है, व्हाट इज द टाइप ऑफ न्यूट्रिशन इन ग्रीन प्लांट्स। ग्रीन प्लांट्स आर ऑटोट्रॉफिक मीनस स्वैपोषी होंगे ने। ठीक है, बिकॉज स्वैपोषी की होंगे ने वो ऑर्गेनिज्म जिहड़े अपना भोजन आप बनाते हैं। ठीक है, तो ग्रीन प्लांट्स अपने की है ऑटोट्रॉफिक है, हेटरोट्रॉफिक जेडे अपने भोजन के लिए दूजिया ते निर्भर करते हैं। ठीक है, ओमनीवोरस तुहाडे कोल जेडे प्लांट्स ते एनीमल्स दोनों खा लेंदे ने। ठीक है, मृतहारी या सैप्रोफिटिक जेडे डेड एंड डिकेइंग मैटर के उत्ते फैड करते हैं। फिफ्थ क्वेश्चन है साह क्रिया दौरान केड़ी गैस, जे आपां साह क्रिया की गल करिए, ठीक है, प्लांट्स दे विच पौधों दे विच साह क्रिया दौरान पौधे केड़ी गैस मुक्त करते हैं, ड्यूरिंग रेस्पिरेशन विच गैस इज रिलीज्ड बाय प्लांट। चाहे वो प्लांट है बेटा, चाहे वो एनीमल है, साह क्रिया के दौरान वो कार्बन डाइऑक्साइड ही रिलीज करते हैं। ठीक है, इनू फोटोसिंथेसिस दे नाल प्लीज ना कन्फ्यूज करया करो। ठीक है, साह क्रिया के दौरान हमेशा ऑक्सीजन लीती जाती है तो कार्बन डाइऑक्साइड छड्डी जाती है, तो इत्थे रिलीज पूछे तो आंसर अपना की आऊगा, कार्बन डाइऑक्साइड आऊगा। ठीक है, समझ आ गई गल बेटा। हाँ जी बेटा, सिक्स्थ क्वेश्चन है पौधों विच जाइलम का काम, तो जाइलम की करता है, पानी का परिवहन करता है, ट्रांसपोर्ट ऑफ वाटर। ठीक है, तो नेक्स्ट अपने को सिमिलर क्वेश्चन है पौधों विच फ्लोएम का काम, फंक्शन ऑफ फ्लोएम इन प्लांट्स, भोजन का परिवहन यानी कि ट्रांसपोर्ट ऑफ फूड करवाता है। ठीक है, एथ क्वेश्चन है अनऑक्सी साह क्रिया विच लैक्टिक एसिड बनता है, इन एनारोबिक रेस्पिरेशन लैक्टिक एसिड फॉर्म्स। लैक्टिक एसिड कित्थे बनता है, अपने मसल सैल्स दे विच बनता है। ठीक है, यीस्ट दे विच चाहे वो एनारोबिकली रिस्पायर करते हैं या बैक्टीरिया एनारोबिकली रिस्पायर करते हैं, पर उत्थे लैक्टिक एसिड नहीं बनता। अपने फेफड़ियां दे विच तां आपां कही नहीं सकते भी लैक्टिक एसिड बनता या कुछ भी बनता है ना, फेफड़ियां दे विच तां सिर्फ गैसियस एक्सचेंज होंदा है। बेटा पेशी सैल्लां दे विच भी उदों जिहड़ा लैक्टिक एसिड बनता है जदों आपां बहुत एक्सरसाइज करते हैं, विगरस एक्सरसाइज करते हैं, उदों अपनी मांसपेशियां दी ऑक्सीजन की लोड़ वध जाती है, तो उस वधी हुई लोड़ नूं पूरा करने वास्ते तुहाडे जिहड़े मांसपेशियां ने वो एनारोबिकली रिस्पायर करदियां ने, अनऑक्सी साह क्रिया करदियां ने। ठीक है बेटा, नाइन्थ क्वेश्चन है आहार प्रणाली का सब तो लंबा भाग, लॉन्गेस्ट पार्ट ऑफ डाइजेस्टिव सिस्टम। देखने ਦੇ ਵਿੱਚ ਜਦੋਂ ਇੱਥੇ ਲਿਖਿਆ ਹੋਇਆ ਵੱਡੀ ਆਂਦਰ ਲਾਰਜ ਇੰਟੈਸਟਾਈਨ, ਬਹੁਤ ਸਾਰੇ ਬੱਚੇ ਇਹਨੂੰ ਟਿਕ ਕਰ ਜਾਂਦੇ ਨੇ, ਪਰ ਜਦੋਂ ਟੀਚਰਸ ਤੁਹਾਨੂੰ ਕਰਵਾਉਂਦੇ ਆ ਤਾਂ ਤੁਹਾਨੂੰ ਇਹ ਕਲੀਅਰਲੀ ਦੱਸਦੇ ਆ ਵੀ ਬੇਟਾ ਆਪਣੀ ਜਿਹੜੀ ਆਹਾਰ ਪ੍ਰਣਾਲੀ ਹੈ ਉਹਦਾ ਛੋਟੀ ਆਂਦਰ ਜਿਹੜੀ ਹੈਗੀ ਹੈ ਸਮਾਲ ਇੰਟੈਸਟਾਈਨ ਸਭ ਤੋਂ ਲੰਬਾ ਭਾਗ ਹੁੰਦਾ ਹੈ। 10th क्वेश्चन है दिल ਦਾ ਕਿਹੜਾ ਹਿੱਸਾ ਫੇਫੜਿਆਂ ਤੋਂ ਆਕਸੀਜਨ ਯੁਕਤ ਖੂਨ ਲੈਂਦਾ ਹੈ, which part of the heart receives oxygenated blood from lungs। ठीक है, ਕਿਹੜਾ ਲੈਂਦਾ बेटा, ਖੱਬਾ ऑरिकल यानी कि लेफ्ट ऑरिकल। ठीक है, ऑरिकल्स का काम की है खून लेना, वेंट्रिकल्स का काम की है खून देना। ठीक है, तो जिहड़ा सज्जा वेंट्रिकल है, जे मैं गल करा सज्जा वेंट्रिकल की करता है, जिहड़ा अनऑक्सी तुहाडे कोल की है कार्बन डाइऑक्साइड युक्त खून है जिन्हों आप अनऑक्सीकृत खून कह दिंदे हैगे,
ਤਾਂ ਕਾਰਬਨ ਡਾਈਆਕਸਾਈਡ ਵਾਲਾ ਖੂਨ ਫੇਫੜਿਆਂ ਨੂੰ ਦਿੰਦਾ ਹੈ ਤਾਂ ਕਿ ਉਹਦਾ ਆਕਸੀਕਰਨ ਹੋ ਸਕੇ। ਸੱਜਾ ਔਰੀਕਲ ਕੀ ਕਰਦਾ ਹੈ? ਸਰੀਰ ਦੇ ਸਾਰੇ ਹਿੱਸਿਆਂ ਤੋਂ ਕਾਰਬਨ ਡਾਈਆਕਸਾਈਡ ਵਾਲੇ ਖੂਨ ਨੂੰ ਇਕੱਠਾ ਕਰਦਾ ਹੈ। ਠੀਕ ਹੈ। ਖੱਬਾ ਵੈਂਟਰੀਕਲ ਕੀ ਕਰਦਾ ਹੈ? ਤੁਹਾਡੇ ਜਿਹੜੇ ਸਰੀਰ ਆਕਸੀਜਨ ਵਾਲਾ ਖੂਨ ਹੈ ਜਿਹੜਾ ਉਹਨੇ ਖੱਬੇ ਔਰੀਕਲ ਤੋਂ ਲਿੱਤਾ ਹੋਇਆ ਹੈਗਾ, ਉਹ ਖੱਬੇ ਔਰੀਕਲ ਤੋਂ ਲਿੱਤੇ ਹੋਏ ਖੂਨ ਨੂੰ, ਆਕਸੀਜਨ ਯੁਕਤ ਖੂਨ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਿਹਦਾ ਹੈ? ਖੱਬੇ ਵੈਂਟਰੀਕਲ ਦਾ ਹੈਗਾ। ਠੀਕ ਹੈ। ਤਾਂ ਫੇਫੜਿਆਂ ਤੋਂ ਆਕਸੀਜਨ ਯੁਕਤ ਖੂਨ ਲੈਣ ਕੌਣ ਲੈ ਰਿਹਾ ਹੈਗਾ? ਖੱਬਾ ਔਰੀਕਲ। ਓਕੇ ਬੇਟਾ ਨੈਕਸਟ ਆਪਣਾ ਚੈਪਟਰ ਹੈ ਚੈਪਟਰ 7 ਹਾਊ ਡੂ ਆਰਗੇਨਿਜ਼ਮਸ ਰੀਪਰੋਡਿਊਸ। ਤਾਂ ਇਹਦੇ ਵਿੱਚ ਬੇਟਾ ਫਰਸਟ ਕੁਐਸਚਨ ਹੈ ਕਿਹੜਾ ਹਾਰਮੋਨ ਲੜਕੀਆਂ ਵਿੱਚ ਜੋਵਨ ਅਵਸਥਾ ਨੂੰ ਕੰਟਰੋਲ ਕਰਦਾ ਹੈ? ਵਿਚ ਹਾਰਮੋਨ ਕੰਟਰੋਲਸ ਪੁਬਰਟੀ ਇਨ ਗਰਲਸ। ਤਾਂ ਗਰਲਸ ਦੇ ਵਿੱਚ ਐਸਟ੍ਰੋਜਨ ਕੰਟਰੋਲ ਕਰਦਾ ਹੈਗਾ, ਤੇ ਜਿਹੜਾ ਟੈਸਟੋਸਟੀਰੋਨ ਹੈ ਇਹ ਬॉयਜ਼ ਯਾਨੀ ਕਿ ਲੜਕਿਆਂ ਦੇ ਵਿੱਚ ਕੰਟਰੋਲ ਕਰਦਾ ਹੈਗਾ। ਠੀਕ ਹੈ ਬੇਟਾ, ਦੋਨਾਂ ਦਾ ਕੰਮ ਯਾਦ ਰੱਖ ਲਓ। ਸੈਕਿੰਡ ਕੁਐਸਚਨ ਹੈ ਇਸਤਰੀਆਂ ਵਿੱਚ ਮਹਾਮਾਰੀ ਚੱਕਰ ਪੂਰਾ ਹੁੰਦਾ ਹੈ? ਮੈਂਸਟ੍ਰੂਏਸ਼ਨ ਸਾਈਕਲ ਇਨ ਫੀਮੇਲ ਕੰਪਲੀਟਸ ਇਨ ਕਿੰਨੇ ਦਿਨਾਂ 'ਚ ਪੂਰਾ ਹੁੰਦਾ ਹੈ? ਲਗਭਗ 28 ਡੇਜ਼। ਠੀਕ ਹੈ, 28 ਦਿਨ ਦਾ ਨਾਰਮਲ ਆਪਾਂ ਮੰਨਦੇ ਆਗੇ, ਕਿਸੇ 'ਚ 1-2 ਦਿਨ ਵੱਧ, ਕਿਸੇ 1-2 ਦਿਨ ਘੱਟ ਹੋ ਸਕਦੇ ਆ, ਪਰ ਜਿਹੜਾ ਆਈਡੀਅਲੀ ਆਪਾਂ ਮੰਨਦੇ ਆ ਉਹ 28 ਡੇਜ਼ ਦਾ ਹੁੰਦਾ ਹੈ। ਹੇਠ ਲਿਖਿਆ ਵਿੱਚੋਂ ਕਿਹੜਾ ਨਰ ਜਨਨ ਪ੍ਰਣਾਲੀ ਦਾ ਭਾਗ ਹੈ? ਆਊਟ ਆਫ ਦਾ ਫੋਲੋਇੰਗ ਵਿਚ ਇਜ਼ ਨਾਟ ਦਾ ਪਾਰਟ out of the following which is the part of male reproductive system? ਮੇਲ ਰਿਪਰੋਡਕਟਿਵ ਸਿਸਟਮ ਦਾ ਕਿਹੜਾ ਇਸ ਚੋਂ ਭਾਗ ਹੈ ਬੇਟਾ? ਅੰਡਕੋਸ਼ ਜਾਂ ਓਵਰੀ, ਫਿਲੋਪੀਅਨ ਟਿਊਬ, ਠੀਕ ਹੈ, ਯਾਨੀ ਕਿ ਤੁਹਾਡੇ ਕੋਲ ਨੈਕਸਟ ਯੋਨੀ, ਵਜਾਈਨਾ, ਫੋਰਥ ਪਤਾਲੂ ਯਾਨੀ ਕਿ ਟੈਸਟਿਸ। ਤਾਂ ਟੈਸਟਿਸ ਜਾਂ ਫਿਰ ਪਤਾਲੂ ਜਿਹੜਾ ਹੈਗਾ ਉਹ ਨਰ ਜਨਨ ਪ੍ਰਣਾਲੀ ਦਾ ਹਿੱਸਾ ਹੈ, ਨਾ ਕਿ ਮਾਦਾ ਜਨਨ ਪ੍ਰਣਾਲੀ ਦਾ। ਠੀਕ ਹੈ ਬੇਟਾ। ਫੋਰਥ ਕੁਐਸਚਨ ਸਿਮਿਲਰਲੀ ਹੇਠ ਲਿਖਿਆ ਵਿੱਚੋਂ ਕਿਹੜਾ ਮਾਦਾ ਜਨਨ ਪ੍ਰਣਾਲੀ ਦਾ ਭਾਗ ਹੈ? ਆਊਟ ਆਫ ਦਾ ਫੋਲੋਇੰਗ which is the part of female reproductive system? female reproductive system ਦਾ ਕਿਹੜਾ ਪਾਰਟ ਹੈ? ਅੰਡਾਣੂ ਬਣਦੇ, ਆਪਾਂ ਨੂੰ ਪਤਾ ਹੈ ਵੀ ਅੰਡਕੋਸ਼ ਦੇ ਵਿੱਚ ਬਣਨਗੇ, ਤਾਂ ਅੰਡਕੋਸ਼ ਜਿਹੜਾ ਹੈਗਾ ਫੀਮੇਲ ਰਿਪਰੋਡਕਟਿਵ ਪਾਰਟ ਦਾ ਹਿੱਸਾ ਹੈਗਾ। ਸ਼ੁਕਰਾਣੂ ਵੈਨੀ ਹੋ ਗਈ, ਪੀਨਸ ਜਾਂ ਟੈਸਟਿਸ, ਇਹ ਸਾਰੇ ਮੇਲ ਰਿਪਰੋਡਕਟਿਵ ਪਾਰਟ ਦੇ ਹਿੱਸੇ ਨੇ। ਠੀਕ ਹੈ ਬੇਟਾ, ਰਿਪਰੋਡਕਟਿਵ ਸਿਸਟਮ ਦੇ ਹਿੱਸੇ ਨੇ, ਤੁਹਾਨੂੰ ਪਤਾ ਹੀ ਹੈ ਇਹ ਸਾਰੀਆਂ ਚੀਜ਼ਾਂ। ਹਾਂਜੀ ਬੇਟਾ, ਫਿਫਥ ਕੁਐਸਚਨ ਹੈ ਨਿਸ਼ੇਸ਼ਣ ਕਿਰਿਆ ਤੋਂ ਬਾਅਦ ਜੁਗਮਸ ਤੋਂ ਕੀ ਬਣਦਾ ਹੈ? ਠੀਕ ਹੈ, ਆਫਟਰ ਫਰਟੀਲਾਈਜੇਸ਼ਨ ਵਾਟ ਇਜ਼ ਫਾਰਮਡ ਆਫਟਰ ਜ਼ਾਈਗੋਟ। ਠੀਕ ਹੈ, ਫਰਟੀਲਾਈਜੇਸ਼ਨ ਦੇ ਵਿੱਚ ਆਪਾਂ ਪਤਾ ਹੈ ਫਰਟੀਲਾਈਜੇਸ਼ਨ ਜਦੋਂ ਐਗ ਤੇ ਸਪਰਮ ਦੀ ਫਰਟੀਲਾਈਜੇਸ਼ਨ ਹੁੰਦੀ ਹੈ, ਠੀਕ ਹੈ, ਐਗ ਸਪਰਮ ਨੂੰ ਸਪਰਮ ਜਿਹੜਾ ਕਿ ਐਗ ਨੂੰ ਫਰਟੀਲਾਈਜ਼ ਕਰਦਾ ਹੈ ਤਾਂ ਜ਼ਾਈਗੋਟ ਬਣਦਾ ਹੈ। ਪਰ ਜ਼ਾਈਗੋਟ ਤੋਂ ਬਾਅਦ ਕੀ ਡਿਵੈਲਪ ਹੁੰਦਾ ਹੈ? ਠੀਕ ਹੈ, ਸਪਰਮ यानी कि शुक्राणु, अंडाणु यानी कि एग, भ्रूण, एम्ब्रियो, बच्चा, चाइल्ड। तो बेटा ਇਹਦੇ ਵਿੱਚ ਕੀ ਹੈਗਾ? ਭਰੂਣ ਬਣਦਾ ਹੈਗਾ। ਜ਼ਾਈਗੋਟ ਤੋਂ ਕੀ ਡਿਵੈਲਪ ਹੁੰਦਾ ਹੈਗਾ? ਐਮਬ੍ਰੀਓ ਡਿਵੈਲਪ ਹੁੰਦਾ ਹੈ। ਨੈਕਸਟ ਆਪਣਾ 6th ਕੁਐਸਚਨ ਹੈ ਕਾਇਕ ਪ੍ਰਜਨਨ ਹੁੰਦਾ ਹੈ? ਵੈਜੀਟੇਟਿਵ ਰੀਪਰੋਡਕਸ਼ਨ ਅਕਰਸ ਇਨ ਕਿਹਦੇ ਵਿੱਚ ਹੁੰਦਾ ਹੈ? ਆਲੂ, ਪੋਟੈਟੋ, ਬ੍ਰਾਇਓਫਿਲਮ ਦੇ ਵਿੱਚ, ਅਦਰਕ, ਜਿੰਜਰ, ਉਪਰੋਕਤ ਸਾਰੇ, ਆਲ ਆਫ ਥੀਸ। ਤਾਂ ਬੇਟਾ ਇਹਨਾਂ ਸਾਰਿਆਂ ਦੇ ਵਿੱਚ ਹੀ ਆਪਾਂ ਕੀਤਾ ਹੋਇਆ ਹੈ ਕਿ ਕਾਇਕ ਪ੍ਰਜਨਨ यानी कि ਵੈਜੀਟੇਟਿਵ ਰਿਪਰੋਡਕਸ਼ਨ ਦੇਖਣ ਨੂੰ ਮਿਲਦੀ ਹੈ। ਠੀਕ ਹੈ। 7th ਕੁਐਸਚਨ ਹੈ ਨਰ ਜੁਗਮਕ ਕੀ ਹੁੰਦਾ ਹੈ? ਮੇਲ ਗੈਮੀਟ ਇਜ਼ ਕਾਲਡ ਐਜ਼, ਮੇਲ ਗੈਮੀਟ ਨੂੰ ਆਪਾਂ ਕੀ ਕਹਿੰਦੇ ਹੈਗੇ? ਠੀਕ ਹੈ, ਅੰਡਾਣੂ ਐਗ ਕਹਿੰਦੇ ਆ, ਸ਼ੁਕਰਾਣੂ ਸਪਰਮ ਕਹਿੰਦੇ ਆ, ਭਰੂਣ यानी कि ਐਮਬ੍ਰੀਓ ਕਹਿੰਦੇ ਆ, ਫੀਟਸ ਕਹਿੰਦੇ ਆ ਆਪਾਂ। ਨਰ ਜੁਗਮਕ ਨੂੰ ਬੇਟਾ ਆਪਾਂ ਕੀ ਕਹਿੰਦੇ ਹੈਗੇ? ਮਨੁੱਖ ਦੇ ਵਿੱਚ ਜਨਰਲੀ ਸ਼ੁਕਰਾਣੂ ਕਿਹਾ ਜਾਂਦਾ ਹੈ, ਸਪਰਮ ਕਿਹਾ ਜਾਂਦਾ ਹੈਗਾ। ਠੀਕ ਹੈ ਬੇਟਾ। ਉਸ ਤੋਂ ਬਾਅਦ 8ਵਾਂ ਕੁਐਸਚਨ ਇੱਕ ਲਿੰਗੀ ਫੁੱਲ ਦੀ ਉਦਾਹਰਨ ਦਿਓ। ਐਗਜ਼ਾਮਪਲ ਆਫ ਯੂਨੀਸੈਕਸ਼ੂਅਲ ਫਲਾਵਰ ਇਜ਼। ਤਾਂ ਬੇਟਾ ਇਹਨਾਂ ਦੇ ਵਿੱਚ ਪਪੀਤਾ ਦਿੱਤਾ ਹੈ, ਗੁਲਾਬ, ਸਰੋਂ ਜਾਂ ਉਪਰੋਕਤ ਸਾਰੇ। ਤਾਂ ਪਪੀਤਾ ਜਿਹੜਾ ਹੈਗਾ ਇੱਕ ਲਿੰਗੀ ਫੁੱਲ ਹੈ, ਗੁਲਾਬ ਤੇ ਸਰੋਂ ਜਿਹੜੇ ਹੁੰਦੇ ਨੇ ਦੋ ਲਿੰਗੀ ਫੁੱਲ ਨੇ। ਬੇਟਾ ਇਹਦੇ ਵਿੱਚ ਤੁਹਾਨੂੰ 1 ਨੰਬਰ ਦੇ ਵਿੱਚ ਵੀ ਕੁਐਸਚਨ ਆ ਸਕਦਾ ਹੈ ਵੀ ਇੱਕ ਜਿਹੜਾ ਮਤਲਬ ਅਗਰ MCQ ਦੀ ਗੱਲ ਨਾ ਕਰਕੇ ਇੱਕ ਲਿੰਗੀ ਫੁੱਲ ਜਿਹੜਾ ਹੈਗਾ ਉਹਦੀ ਉਦਾਹਰਨ ਦਿਓ, ਤਾਂ ਪਪੀਤਾ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਦੋ ਲਿੰਗੀ ਫੁੱਲ ਦੀਆਂ ਵੀ ਮੈਂ ਤੁਹਾਨੂੰ ਇੱਥੇ ਐਗਜ਼ਾਮਪਲਸ ਦਿੱਤੀਆਂ ਨੇ। ਜਨਰਲੀ ਆਪਾਂ ਕਲਾਸ ਦੇ ਵਿੱਚ ਜਿਹੜਾ ਕਰਦੇ ਹੁੰਦੇ ਆ ਉਹ ਚਾਈਨਾ ਰੋਜ਼ ਯਾਨੀ ਕਿ ਹਬਿਸਕਸ ਰੋਜ਼ਾ ਕਰਦੇ ਹੁੰਦੇ ਆ। ਠੀਕ ਹੈ ਬੇਟਾ। ਉਸ ਤੋਂ ਬਾਅਦ ਫਲ ਫੁੱਲ ਦੇ ਕਿਸ ਭਾਗ ਤੋਂ ਬਣਦਾ ਹੈ? ਫਰੂਟ ਇਜ਼ ਫਾਰਮਡ ਫਰੋਮ ਵਿਚ ਪਾਰਟ ਆਫ ਦਾ ਫਲਾਵਰ। ਠੀਕ ਹੈ, ਫਰੂਟ ਕਿਹੜੇ ਪਾਰਟ ਤੋਂ ਬਣਦਾ ਹੈਗਾ? ਅੰਡਕੋਸ਼ ਤੋਂ, ਓਵਰੀ ਤੋਂ ਫਰੂਟ ਬਣਦਾ ਹੈ। ਠੀਕ ਹੈ, ਜਿਹੜਾ ਅੰਡਾਣੂ ਹੈ, ਅੰਡਾਣੂ ਤੋਂ ਬੀਜ ਬਣਦਾ ਹੈ। ਅੰਡਾਣੂ ਜਿਹੜਾ ਪੋਲਨ ਗ੍ਰੇਨ ਹੈ, ਤੁਹਾਡਾ ਪਰਾਗਕਣ ਹੈ, ਜਦੋਂ ਆ ਕੇ ਅੰਡਾਣੂ ਨਾਲ ਨਿਸ਼ੇਚਿਤ ਹੁੰਦਾ ਹੈ ਤਾਂ ਉਦੋਂ ਕੀ ਬਣਦਾ ਹੈ? ਬੀਜ ਬਣਦਾ ਹੈ। ਤੇ ਜਿਹੜਾ ਤੁਹਾਡਾ ਜਿਹੜਾ ਫੁੱਲ ਦਾ ਚ ਅੰਡਕੋਸ਼ ਵਾਲਾ ਹਿੱਸਾ ਹੁੰਦਾ ਹੈ ਉਹ ਤੋਂ ਜਿਹੜਾ ਫਲ ਦਾ ਜੂਸੀ ਪਾਰਟ ਹੈ ਜਾਂ ਆਊਟਰ ਪਾਰਟ ਹੈਗਾ, ਕਿਸੇ ਵੀ ਜੂਸੀ ਵੀ ਹੋ ਸਕਦੇ ਨੇ ਜਾਂ ਤੁਹਾਡੇ ਕੋਲ ਡਰਾਈ ਫਰੂਟਸ ਵੀ ਹੋ ਸਕਦੇ ਨੇ ਜਿਹੜੇ ਜੂਸੀ ਨਾ ਹੋਣ,
ठीक है। तो अंडकोश तो जिहड़ा हैगा फल बनता हैगा। ठीक है बच्चों, नैक्सट अपने को नैक्सट चैप्टर की गल करते हैं। मेरा नैक्सट चैप्टर अपना चैप्टर 8 हैरिडिटी यानी कि अनुवंशिकता। कोई लड़का अपने पिता तो किस गुण सूत्र प्राप्त करता है? अ बॉय ऑब्टेन्स विच क्रोमोसोम फ्रॉम हिज फादर। जिथे 6 क्रोमोसोम की गल की हुई है तो 6 क्रोमोसोम दे विचों एक्स जिहड़ा क्रोमोसोम है लड़का वो मदर तो प्राप्त करता है ते वाई जिहड़ा क्रोमोसोम है वो पिता तो प्राप्त करता है। ठीक है, वो आप स्पैसीफिक किसी को नाम नहीं दिता होया तो एक्स वाई कॉम्बीनेशन दे विच हुंदा है, पर फादर तो इन्हें एक्स वाई दे विचों किहड़ा प्राप्त किया है? वाई। मनुख विच किन्ने गुणसूत्र हुंदे ने? हाउ मैनी क्रोमोसोम्स आर प्रेजेंट इन ह्यूमन। ठीक है, तो 46 क्रोमोसोम जिहड़े हैगे ने ह्यूमन दे विच प्रेजेंट हुंदे ने। बेटा जे तुहानू पेयर यानी कि जोड़े पूछे जान गुणसूत्र दे तां आंसर 23 आऊगा। अगर गुणसूत्र पूछे जान तां 46 यानी कि 46 आऊगा। थर्ड क्वेश्चन, आनुवंशिकता दा पितामह किसनू कहंदे ने ਹਨ? हु इज द ही इज नोन एज द फादर ऑफ हेरिडिटी। फादर ऑफ हेरिडिटी कौन है? मैंडल। ठीक है, जॉर्ज मैंडल जिन्हों आप कहने आगे। नैक्सट फोर्थ क्वेश्चन, मनुख विच किस विच गुणसूत्रा दा अपूर्ण जोड़ा हुंदा है? इन ह्यूमनस हु पोजेसेस इनकंप्लीट पेयर ऑफ क्रोमोसोम। ਤਾਂ ਮੇਲ यानी कि नर ਜਿਹੜਾ ਹੈਗਾ ਉਹਦਾ ਜਿਹੜਾ Y ਕ੍ਰੋਮੋਸੋਮ ਹੁੰਦਾ ਉਹਨੂੰ ਆਪਾਂ ਇਨਕੰਪਲੀਟ ਕ੍ਰੋਮੋਸੋਮ ਕੰਸੀਡਰ ਕਰਦੇ ਆ। ਤਾਂ ਆਪਾਂ ਇਹ ਕਹਿੰਦੇ ਆ ਵੀ ਮੇਲ ਦੇ ਵਿੱਚ ਜਿਹੜਾ ਹੁੰਦਾ ਹੈਗਾ ਇਨਕੰਪਲੀਟ ਪੇਅਰ ਆਫ ਕ੍ਰੋਮੋਸੋਮਸ ਹੁੰਦੇ। ਕਿਸੇ ਜੀਵ ਦੇ ਗੁਣ ਪ੍ਰਭਾਵਿਤ ਹੁੰਦੇ ਨੇ। the traits of an organism is influenced by ਪਿਤਾ ਦੇ ਡੀਐਨਏ ਨਾਲ ਫਾਦਰਸ ਡੀਐਨਏ, ਮਾਤਾ ਦੇ ਡੀਐਨਏ ਨਾਲ ਮਦਰਸ ਡੀਐਨਏ, ਦੋਵਾਂ ਦੇ ਡੀਐਨਏ ਨਾਲ ਜਾਂ ਫਿਰ ਇਹਨਾਂ ਚੋਂ ਕਿਸੇ ਦੇ ਵੀ ਨਾਲ। ਤਾਂ ਬੇਟਾ ਆਪਾਂ ਨੂੰ ਪਤਾ ਹੈ ਵੀ ਜਿਹੜੇ ਗੁਣ ਹੈ ਉਹ ਕਿੰਨਾ ਤੇ ਨਿਰਭਰ ਕਰਦੇ ਨੇਗੇ? ਦੋਨਾਂ ਦੇ ਜਿਹੜੇ ਹੈਗੇ ਨੇ ਡੀਐਨਏ ਤੇ ਜਿਹੜੇ ਜੀਨਸ ਹੁੰਦੇ ਨੇ ਉਹਨਾਂ ਤੇ ਨਿਰਭਰ ਕਰਦੇ ਨੇ। ਮਾਤਾ ਦੇ ਡੀਐਨਏ ਦੇ ਜੀਨ ਦੇ ਉੱਤੇ ਵੀ ਤੇ ਪਿਤਾ ਦੇ ਡੀਐਨਏ ਦੇ ਜੀਨ ਦੇ ਉੱਤੇ ਵੀ। ਠੀਕ ਹੈ ਬੇਟਾ, ਤਾਂ ਇਹਦੇ ਵਿੱਚ ਉੱਤਰ ਕੀ ਬਣਦਾ? ਬੋਥ। मेरा नेक्स्ट क्वेश्चन है, मैंडल ਦੇ प्रयोग किस जीव ਤੇ आधारित सन? मैंडल्स एक्सपेरिमेंट्स वर बेस्ड ऑन द स्टडी ऑफ विच ऑर्गेनिज्म। मैंडल ने ਆਪਦੀ ਜਿਹੜੀ ਸਟੱਡੀ ਕੀਤੀ ਸੀ, ਪ੍ਰਯੋਗ ਕੀਤੇ ਸੀ, ਕਿਸ ਤੇ ਕੀਤੇ ਸੀ? ਮਨੁੱਖ ਤੇ, ਮਟਰ ਦੇ ਪੌਦੇ ਤੇ, ਜੀਵਾਣੂ ਜਾਂ ਫਿਰ ਕੀੜੇ ਤੇ। ਤਾਂ ਮਟਰ ਦੇ ਪੌਦੇ ਯਾਨੀ ਕਿ ਪੀ ਪਲਾਂਟਸ ਦੇ ਉੱਪਰ ਮੈਂਡਲ ਨੇ ਆਪਣੇ ਐਕਸਪੈਰੀਮੈਂਟਸ ਕੀਤੇ ਸੀਗੇ। बेटा डीएनए का पूरा नाम, व्हाट इज द फुल फॉर्म ऑफ डीएनए। तो डीएनए की फुल फॉर्म की होंगी है? ध्यान नाल सुनो, डीऑक्सीराइबोन्यूक्लिक एसिड। ठीक है, डीऑक्सीराइबोन्यूक्लिक एसिड जिहड़ी हैगी है डीएनए की फुल फॉर्म है। ये तुहानूं लिखनी वैसे भी आ सकती है 1 मार्क दे विच, उस हिसाब नाल इहदे स्पैलिंग्स लिखने भी सीख लियो। आरएनए का पूरा नाम, व्हाट इज द फुल फॉर्म ऑफ आरएनए। आरएनए वैसे देखने च ये तो पता चली जाता है, ये 1 नंबर के हिसाब नाल ज्यादा ठीक है क्वेश्चन। राइबोन्यूक्लिक एसिड। ठीक है, बाकी सारे देखो डी तो ही शुरू हो रहे हैं, कला राइबोन्यूक्लिक एसिड ही आर तो शुरू हो रहा है। तो इनू राइबोन्यूक्लिक एसिड जिहड़ा हैगा आरएनए दी फुल फॉर्म है। ठीक है बेटा, 9th क्वेश्चन है, मनुख विच किन्ने लिंगी गुणसूत्रां दे जोड़े हुंदे ने? हाउ मैनी पेयर्स ऑफ 6 क्रोमोसोम्स आर प्रेजेंट इन ह्यूमन। ठीक है, किन्ने हुंदे ने? इत्थे बेटा जोड़ा पूछे है, तो जोड़े किन्ने ने? 1। जे आए पूछे मनुख विच किन्ने लिंगी गुणसूत्र हुंदे ने तां ओह 2 हुंदे ने, पर जे जोड़े की गल करिए तां 1 जोड़ा हुंदा हैगा। ठीक है, मैंडल दे एक प्रयोग विच लंबे मटर दे पौधे जिन्हां दे बैंगनी फुੱਲ सन 10 सकरन बोने पौधे जिन्हां दे सफेद फुੱਲ सन नाल कराया गया। इन्हां दी संतान दे सारे पौधिਆਂ विच फुੱਲ बैंगनी रंग दे सन, पर उन्हां विचों अद्धे बोने सन। ठीक है, इस तो कहा जा सकता है कि लंबे जनक पौधों की अनुवंशिक रचना निम्न सी। A Mendelian experiment consisted of breeding tall pea plant bearing violet flowers with short pea plants bearing white flowers. The progeny all bore white flowers, but almost half of them were short. This suggests that the genetic makeup of tall parent can be deposited as। ठीक है, तो ਜਿਹੜਾ parent ਹੋਊਗਾ ਇਹਦਾ ਮਤਲਬ ਉਹ parent ਕੀ ਹੈ? Pure नहीं होगा। tall wise मतलब ਜਿਹੜੀ ਉਹਦੀ height ਹੈ, height pure नहीं होगी। ਤਾਂ ਹੀ progeny ਦੇ ਵਿੱਚ ਆਪਾਂ ਇਹ ਕਿਹਾ ਨਾ ਕਿ short, half of them were short। ठीक है, जो pure ਹੁੰਦੀ ਤਾਂ ਜਿਹੜੇ ਸਾਰੇ ਦੇ ਸਾਰੇ ਕੀ ਹੋਣੇ ਸੀ? tall ਹੋਣੇ ਸੀਗੇ। ठीक है, पर ਜਿਹੜਾ ਹੈਗਾ flowers ਆਏ ਤਾਂ violet ਹੈ, ਯਾਨੀ ਕਿ बैंगनी ਆਏ ਹੈ, ਤਾਂ ਇਹਦਾ मतलब फ्लावर कलर ਦੇ ਵਿੱਚ ਉਹ ਪਿਓਰ ਹੈਗਾ, ਪਰ
ਜਿਹੜੀ ਉਹਦੀ ਹਾਈਟ ਹੈ ਉਹਦੇ ਵਿੱਚ ਉਹ ਪਿਓਰ ਨਹੀਂ ਹੈਗਾ, ਉਹਦੇ ਵਿੱਚ ਉਹ ਹਾਈਬ੍ਰਿਡ ਟੌਲ ਹੈ। ਤਾਂ ਇਹਦਾ ਮਤਲਬ ਇਹਦੀ ਆਪਣੀ ਕਰੈਕਟ ਆਪਸ਼ਨ ਕੀ ਬਣਦੀ ਹੈ? ਕੈਪੀਟਲ ਟੀ ਸਮॉल टी ਕੈਪੀਟਲ ਡਬਲਿਊ ਕੈਪੀਟਲ ਡਬਲਿਊ। ਬੇਟਾ ਇਹਨਾਂ ਨੂੰ ਬਹੁਤ ਧਿਆਨ ਨਾਲ ਕਰਿਆ ਕਰੋ ਵੀ ਪਿਓਰ ਤੇ ਹਾਈਬ੍ਰਿਡ ਦੇ ਕੀ ਮਤਲਬ ਹੈਗੇ, ਠੀਕ ਹੈ। ਤਾਂ ਇਹਨੂੰ ਆਪਾਂ ਡਿਟੇਲ ਫਿਰ ਵੀ ਡਿਸਕਸ ਕਰਾਂਗੇ ਕਿਸੇ ਵੀਡੀਓ ਦੇ ਵਿੱਚ। ਆਪਾਂ ਅੱਗੇ ਚੱਲਦੇ ਆਂਗੇ ਨੈਕਸਟ ਜਿਹੜਾ ਆਪਣਾ ਚੈਪਟਰ ਹੈ ਉਹਨੂੰ। ਮੇਰਾ ਨੈਕਸਟ ਚੈਪਟਰ ਹੈ ਆਪਣਾ ਚੈਪਟਰ 9 ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਤੇ ਇਹਦੇ ਵਿੱਚ ਫਰਸਟ ਕੁਐਸਚਨ ਹੈ ਵਸਤੂ ਦਾ ਆਭਾਸੀ ਅਤੇ ਬਰਾਬਰ ਆਕਾਰ ਦਾ ਪ੍ਰਤੀਬਿੰਬ ਆਉਂਦਾ ਹੈ। ਬੇਸਿਕਲੀ ਇੱਥੇ ਪੁੱਛਿਆ ਗਿਆ ਕਿ ਜਿਹਦੇ ਵਿੱਚ ਆਲਵੇਜ਼ ਹਮੇਸ਼ਾ ਬਰਾਬਰ ਆਕਾਰ ਦਾ ਪ੍ਰਤੀਬਿੰਬ ਆਉਂਦਾ ਹੈ ਉਹ ਆਪਣਾ ਕੀ ਹੁੰਦਾ ਹੈ? ਸਮਤਲ ਦਰਪਣ ਯਾਨੀ ਕਿ ਪਲੇਨ ਮਿਰਰ, ਠੀਕ ਹੈ। ਸੈਕਿੰਡ ਕੁਐਸਚਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਸਹੀ ਦਰਪਣ ਫਾਰਮੂਲਾ ਹੈ? ਤਾਂ ਸਹੀ ਮਿਰਰ ਜਾਂ ਫਿਰ ਦਰਪਣ ਫਾਰਮੂਲਾ ਕਿਹੜਾ ਹੈਗਾ? 1/f = 1/v + 1/u ਜਿਹੜਾ ਹੈਗਾ ਕਰੈਕਟ ਮਿਰਰ ਫਾਰਮੂਲਾ ਹੈ। ਬੇਟਾ ਮਿਰਰ ਦੇ ਨਾਲ ਨਾਲ ਤੁਸੀਂ ਲੈਂਸ ਫਾਰਮੂਲਾ ਵੀ ਯਾਦ ਕਰ ਲੈਣਾ ਹੈ, ਦੋਨਾਂ ਚੋਂ ਕੋਈ ਵੀ ਆ ਸਕਦਾ ਪੇਪਰ ਦੇ ਵਿੱਚ। ਦੰਦਾਂ ਦੇ ਡਾਕਟਰ ਦੇ ਆਮ ਤੌਰ ਤੇ ਵਰਤੋਂ ਵਿੱਚ ਆਉਣ ਵਾਲਾ ਦਰਪਣ commonly used mirror by dentist। ਤਾਂ ਡੈਂਟਿਸਟ ਕਿਹੜਾ ਮਿਰਰ ਯੂਜ਼ ਕਰਦਾ ਹੈ? ਅਪਤਲ ਯਾਨੀ ਕਿ ਕਨਕੇਵ ਮਿਰਰ। ਆਪਾਂ ਨੂੰ ਪਤਾ ਹੈ ਵੀ ਜਦੋਂ ਤੁਹਾਡਾ ਜਿਹੜਾ ਹੈਗਾ ਪੋਲ ਤੇ ਫੋਕਲ ਦੂਰੀ ਦੇ ਵਿਚਕਾਰ ਜਦੋਂ ਆਪਾਂ ਵਸਤੂ ਨੂੰ ਰੱਖਦੇ ਆ, ਆਬਜੈਕਟ ਨੂੰ ਰੱਖਦੇ ਆ, ਤਾਂ ਜਿਹੜਾ ਉਹਦਾ ਪ੍ਰਤੀਬਿੰਬ ਹੈ ਵੱਡਾ ਬਣਦਾ ਹੈ ਅਪਤਲ ਦਰਪਣ ਦੇ ਕੇਸ ਦੇ ਵਿੱਚ, ਠੀਕ ਹੈ। ਤਾਂ ਉਦੋਂ ਆਪਾਂ ਕੀ ਕਰਦੇ ਆਂਗੇ ਫਿਰ ਡਾਕਟਰ ਦੰਦ ਜਿਹੜਾ ਹੈਗਾ ਇਸ ਅਕੋਰਡਿੰਗ ਰੱਖਦੇ ਨੇ ਕਿ ਜਿਹੜਾ ਆਬਜੈਕਟ ਯਾਨੀ ਕਿ ਦੰਦ ਹੈਗਾ ਉਹ O ਤੇ F ਦੇ ਵਿਚਕਾਰ ਆ ਜੇ, ਠੀਕ ਹੈ। ਪੋਲ ਸੌਰੀ ਉਹ ਆਪਟਿਕ ਸੈਂਟਰ ਨਹੀਂ ਕਹਿਣਾ, ਪੋਲ ਤੇ P ਤੇ F ਦੇ ਵਿਚਕਾਰ ਆ ਜਾਂਦਾ ਤਾਂ ਉਹਦਾ ਬਹੁਤ ਵੱਡਾ ਇਮੇਜ ਦੰਦ ਦਾ ਤੁਹਾਨੂੰ ਜਿਹੜਾ ਹੈਗਾ ਮਿਲਦਾ ਹੈਗਾ। ਫੋਰਥ ਕੁਐਸਚਨ ਹੈ ਅਸੀਂ ਵਾਹਨਾਂ ਵਿੱਚ ਕਿਸ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ? ਵਿੱਚ ਮਿਰਰ ਅਸੀਂ ਵਾਹਨਾਂ ਵਿੱਚ ਕਿਸ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਦਿੰਦੇ ਹਾਂ? ਵਿਚ ਮਿਰਰ ਵੀ ਪ੍ਰੈਫਰ ਐਜ਼ ਅ ਰੀਅਰਰ ਵਿਊ ਮਿਰਰ ਇਨ ਵਹੀਕਲ। ਕਿਹੜਾ ਯੂਜ਼ ਹੁੰਦਾ ਬੇਟਾ? ਉੱਤਲ ਦਰਪਣ ਕਨਵੈਕਸ ਮਿਰਰ। ਆਪਾਂ ਨੂੰ ਪਤਾ ਹੈ ਵੀ ਇਹ ਕਿਉਂ ਯੂਜ਼ ਹੁੰਦਾ ਹੈ? ਕਿਉਂਕਿ ਇਹ ਲਾਰਜ ਏਰੀਆ ਜਿਹੜਾ ਹੈਗਾ ਤੁਹਾਡੇ ਕੋਲ ਵੱਡਾ ਖੇਤਰਫਲ ਸਾਨੂੰ ਦਿਖਾਉਂਦਾ ਹੈਗਾ, ਠੀਕ ਹੈ। ਇਸ ਕਰਕੇ ਆਪਾਂ ਇਹਨੂੰ ਪ੍ਰੈਫਰ ਕਰਦੇ ਆਂਗੇ, ਠੀਕ ਹੈ ਬੇਟਾ। ਨੈਕਸਟ ਕੁਐਸਚਨ ਹੈ ਬੇਟਾ ਆਪਣਾ ਨੈਕਸਟ ਫਿਫਥ ਕੁਐਸਚਨ ਹੈ ਉੱਤਲ ਦਰਪਣ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ? what type of image is formed by convex mirror, ਠੀਕ ਹੈ। ਕਨਵੈਕਸ ਜਾਂ ਫਿਰ ਉੱਤਲ ਦਰਪਣ ਆਪਣਾ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ? ਬਰਾਬਰ ਆਕਾਰ ਦਾ, ਵੱਡਾ, ਛੋਟਾ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਉੱਤਲ ਦਰਪਣ ਦੇ ਕੇਸ ਵਿੱਚ ਆਪਾਂ ਵਸਤੂ ਕਿਤੇ ਵੀ ਰੱਖੀ ਹੋਵੇ ਉਹ ਪ੍ਰਤੀਬਿੰਬ ਕੀ ਬਣਾਉਂਦਾ ਹੈ? ਛੋਟਾ ਬਣਾਉਂਦਾ ਹੈ। ਬੇਟਾ ਜੇ ਆਪਾਂ ਅਵਤਲ ਦਰਪਣ ਦੀ ਗੱਲ ਕਰੀਏ, ਅਵਤਲ ਦਰਪਣ ਦੇ ਵਿੱਚ ਆਪਾਂ ਨੇ ਕੇਸਿਸ ਪੜ੍ਹੇ ਹੋਏ ਹੈ ਕਿ ਅਗਰ ਆਪਾਂ ਵਸਤੂ ਬਹੁਤ ਦੂਰ ਇਨਫਿਨਿਟੀ ਤੇ ਰੱਖੀ ਹੋਈ ਹੈ ਤਾਂ F ਤੇ ਪ੍ਰਤੀਬਿੰਬ ਬਣਦਾ ਹੈ ਤੇ ਉਹ ਬਿਲਕੁਲ ਬਿੰਦੂ ਆਕਾਰ ਦਾ ਪ੍ਰਤੀਬਿੰਬ ਬਣਦਾ ਹੈ। ਬਹੁਤ ਵੱਡੀ ਵਸਤੂ ਦਾ ਇੱਕ ਛੋਟਾ ਜਿਹਾ ਬਿੰਦੂ ਆਕਾਰ ਦਾ ਪ੍ਰਤੀਬਿੰਬ ਬਣਦਾ ਹੈ। C ਤੇ ਰੱਖੀ ਹੋਈ ਹੈ ਤਾਂ C ਤੇ ਹੀ ਬਣਦਾ ਹੈ ਤੇ ਉਸ ਕੇਸ 'ਚ ਬਰਾਬਰ ਆਕਾਰ ਦਾ ਬਣਦਾ ਹੈ। ਤੇ ਇਹਦਾ ਮਤਲਬ ਕੀ ਹੈ ਵੀ ਅਵਤਲ ਦਰਪਣ ਦੇ ਕੇਸ ਦੇ ਵਿੱਚ ਤਾਂ ਜਿਹੜਾ ਪ੍ਰਤੀਬਿੰਬ ਹੈ ਉਹਦਾ ਸਾਈਜ਼ ਵਸਤੂ ਦੀ ਸਥਿਤੀ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ। ਪਰ ਉੱਤਲ ਦੇ ਵਿੱਚ ਜਿਹੜਾ ਪ੍ਰਤੀਬਿੰਬ ਹੈ ਹਮੇਸ਼ਾ ਛੋਟਾ ਬਣਦਾ ਹੈ ਤੇ ਸਮਤਲ ਦਰਪਣ ਦੇ ਵਿੱਚ ਹਮੇਸ਼ਾ ਪ੍ਰਤੀਬਿੰਬ ਬਰਾਬਰ ਆਕਾਰ ਦਾ ਬਣਦਾ ਹੈ, ਠੀਕ ਹੈ। ਸਨੈਲ ਦੇ ਅਪਵਰਤਨ ਦਾ ਨਿਯਮ ਲਿਖੋ। ਰਾਈਟ ਦਾ ਸਨੇਲਸ ਲਾਅ ਆਫ ਰਿਫਰੈਕਸ਼ਨ। ਸਨੈਲ ਦਾ ਲਾਅ ਕੀ ਹੈ? sin I/r, ਠੀਕ ਹੈ। ਤਾਂ sin I/r ਜਿਹੜਾ ਹੈਗਾ sin I ਦੀ ਵੈਲਿਊ, ਐਂਗਲ I ਜਿਹੜਾ ਆਪਾਂ ਲੈਨੇ ਆ sin I ਤੇ r ਜਿਹੜਾ ਹੈਗਾ ਇਹਨੂੰ ਆਪਾਂ ਸਨੈਲ ਦਾ ਨਿਯਮ ਕਹਿੰਦੇ ਹੈਗੇ। ਇੱਕ ਅਵਤਲ ਦਰਪਣ ਦੇ ਵਰਕਤਾ ਕੇਂਦਰ ਤੇ ਸਥਿਤ ਵਸਤੂ ਦਾ ਵਾਸਤਵਿਕ ਤੇ ਉਲਟਾ ਪ੍ਰਤੀਬਿੰਬ ਕਿੱਥੇ ਬਣੇਗਾ? ਠੀਕ ਹੈ। ਜੇ ਕਹਿੰਦਾ ਇੱਕ ਅਵਤਲ ਦਰਪਣ ਹੈ ਉਹਦੇ ਵਰਕਤਾ ਕੇਂਦਰ ਤੇ ਸਥਿਤ ਹੈ, ਠੀਕ ਹੈ। ਵਰਕਤਾ ਕੇਂਦਰ ਯਾਨੀ ਕਿ C ਤੇ ਵਸਤੂ ਸਥਿਤ ਹੈ ਤਾਂ ਉਹਦਾ ਵਾਸਤਵਿਕ ਤੇ ਉਲਟਾ ਪ੍ਰਤੀਬਿੰਬ ਬਣੂਗਾ। ਕਿੱਥੇ ਬਣੂਗਾ? ਉੱਪਰ ਵਾਲੇ ਕੁਐਸਚਨ 'ਚ ਮੈਂ ਤੁਹਾਨੂੰ ਐਕਸਪਲੇਨ ਕਰਕੇ ਰੱਖਿਆ ਵੀ ਜਦੋਂ ਵਰਕਤਾ ਕੇਂਦਰ ਯਾਨੀ ਕਿ C ਤੇ ਪਿਆ ਤਾਂ ਉਹਦਾ ਪ੍ਰਤੀਬਿੰਬ ਵੀ C ਤੇ ਬਣਦਾ ਹੈ ਤੇ ਬਰਾਬਰ ਆਕਾਰ ਦਾ ਬਣਦਾ ਹੈਗਾ। Where is the real and inverted image formed by concave mirror when the object is placed at the center of the curvature? Center of curvature ਤੇ ਰੱਖਿਆ ਤਾਂ center of curvature ਯਾਨੀ ਕਿ C ਤੇ ਹੀ ਬਣੂਗਾ। ਅਵਤਲ ਦਰਪਣ ਦਾ ਵਰਕਤਾ ਅਰਧ ਵਿਆਸ r ਅਤੇ ਫੋਕਸ ਦੂਰੀ f ਵਿਚਾਲੇ ਸੰਬੰਧ ਹੁੰਦਾ ਹੈ। Relation between radius of curvature r and f is, ਤਾਂ r ਤੇ f ਕਿਵੇਂ ਰਿਲੇਟ ਕਰਦੇ ਨੇ? ਜਿਹੜੀ ਫੋਕਲ ਦੂਰੀ ਹੁੰਦੀ ਹੈ ਉਹ r ਦਾ ਯਾਨੀ ਕਿ ਰੇਡੀਅਸ ਆਫ ਕਰਵੇਚਰ ਦਾ ਹਾਫ ਹੁੰਦਾ ਹੈਗਾ। ਤਾਂ ਆਨਸਰ ਕੀ ਹੈ? f = r/2। ਓਕੇ ਬੇਟਾ।
मेरा अपना नेक्स्ट चैप्टर है चैप्टर 10 द ह्यूमन आई एंड द कलरफुल वर्ड। ਤੇ ਫਸਟ ਕੁਐਸਚਨ ਹੈ ਆਪਣੇ ਕੋਲ ਸਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਨਿਊਨਤਮ ਦੂਰੀ ਹੁੰਦੀ ਹੈ। ਫॉर द ਨੋਰਮਲ ਵਿਜ਼ਨ ਲੀਸਟ ਡਿਸਟੈਂਸ ਆਫ ਦ ਡਿਸਟਿੰਕਟ ਵਿਜ਼ਨ ਇਜ਼ ਘੱਟੋ ਘੱਟ ਦੂਰੀ ਜਿੱਥੇ ਵਿਅਕਤੀ ਨੂੰ ਸਾਫ਼ ਦਿਖਾਈ ਦਿੰਦਾ ਹੈ ਉਹ ਕੀ ਹੁੰਦਾ ਆਪਣਾ 25 ਸੈਂਟੀਮੀਟਰ। ਠੀਕ ਹੈ। ਨੈਕਸਟ ਕੁਐਸਚਨ ਹੈ ਜਦੋਂ ਪ੍ਰਕਾਸ਼ ਅੱਖ ਵਿੱਚ ਦਾਖਲ ਹੁੰਦਾ ਹੈ ਜ਼ਿਆਦਾਤਰ ਅਪਵਰਤਨ ਹੁੰਦਾ ਹੈ। when light rays enter the eye most of the refraction occurs at ਠੀਕ ਹੈ। ਰਿਫਰੈਕਸ਼ਨ ਕਿੱਥੇ ਹੋ ਜਾਂਦੀ ਹੈ ਕੌਣ ਕਰ ਦਿੰਦਾ ਹੈਗਾ ਆਈ ਚ ਐਂਟਰ ਕਰਨ ਤੇ ਅੱਖ ਦਾ ਲੈਂਸ ਆਇਰਸ ਕਾਰਨੀਆ ਦੀ ਬਾਹਰਲੀ ਪਰਤ ਜਾਂ ਸਤ੍ਹਾ ਜਿਹਨੂੰ ਆਪਾਂ ਕਹਾਂਗੇ ਤੇ ਪੁਤਲੀ ਪਿਊਪਿਲ। ਤਾਂ ਬੇਟਾ ਜਦੋਂ ਤੁਹਾਡਾ ਜਿਹੜਾ ਆਊਟਰ ਉੱਪਰੀ ਹੋਈ ਕੋਰਨੀਆ ਦੀ ਜਿਹੜੀ ਸਤ੍ਹਾ ਹੈ ਉਦੋਂ ਹੀ ਜਿਹੜਾ ਮੈਕਸਿਮਮ ਹੈ ਅਪਵਰਤਨ ਹੋ ਜਾਂਦਾ ਹੈਗਾ। ਠੀਕ ਹੈ ਬੱਚੋ। ਥਰਡ ਕੁਐਸਚਨ ਹੈ ਆਪਣੇ ਕੋਲ ਮਨੁੱਖੀ ਅੱਖ ਦੇ ਕਿਸ ਹਿੱਸੇ ਉੱਪਰ ਪ੍ਰਤੀਬਿੰਬ ਬਣਦਾ ਹੈ। ਇਨ ਵਿਚ ਪਾਰਟ ਆਫ the human eye is the image formed of an object? In which part of the human eye is the image of an object formed? Image ਕਿੱਥੇ ਬਣਦਾ ਹੈ ਰੈਟੀਨਾ ਦੇ ਉੱਤੇ। ਤਾਂ ਰੈਟੀਨਾ ਨੂੰ ਤੁਸੀਂ ਸਕਰੀਨ ਵੀ ਕਹਿ ਦਿੰਦੇ ਹੋ ਕਿ ਅੱਖ ਦੀ। ਇੱਕ ਵਿਅਕਤੀ ਮੈਡੀਕਲ ਚੈੱਕਅਪ ਕਰਾਉਣ ਗਿਆ ਅਤੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਅੱਖ ਦਾ ਡੇਲਾ ਲੰਬਾ ਹੋ ਗਿਆ। ਉਹ ਅੱਖ ਦੇ ਕਿਸ ਦੋਸ਼ ਤੋਂ ਪੀੜਿਤ ਹੈ। ਅਗਰ ਅੱਖ ਦਾ ਡੇਲਾ ਲੰਬਾ ਹੋ ਜੇ ਤਾਂ ਉਹ ਕਿਸ ਦੋਸ਼ ਤੋਂ ਪੀੜਿਤ ਹੁੰਦਾ ਹੈ। A person went for a medical checkup and found that the curvature of his eye lens was increasing. Which defect is he likely to suffer from? ਕਿਹੜੇ ਡਿਫੈਕਟ ਤੋਂ ਪੀੜਿਤ ਹੈ ਨਿਕਟ ਦ੍ਰਿਸ਼ਟੀ ਦੋਸ਼ ਤੋਂ ਯਾਨੀ ਕਿ ਉਹ ਮਾਇਓਪੀਆ ਤੋਂ ਪੀੜਿਤ ਹੈ। ਬੇਟਾ ਇਹਦੇ ਵਿੱਚ ਇੱਕ ਚੀਜ਼ ਹੋਰ ਤੁਸੀਂ ਜ਼ਰੂਰ ਕਰਨੀ ਹੈ ਤੇ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ ਮੈਂ ਜਾਣ ਕੇ ਇਹਦੇ ਵਿੱਚੋਂ ਕੁਐਸਚਨ ਨਹੀਂ ਪਾਇਆ ਵੀ ਜੇ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਿਤ ਹੈ ਤਾਂ ਉਹਨੂੰ ਕਿਹੜੇ ਲੈਂਸ ਨਾਲ ਕਰੈਕਟ ਕੀਤਾ ਜਾ ਸਕਦਾ ਹੈ। ਦੂਰ ਦ੍ਰਿਸ਼ਟੀ ਦੋਸ਼ ਤੋਂ ਪੀੜਿਤ ਹੈ ਤਾਂ ਉਹਨੂੰ ਕਿਹੜੇ ਲੈਂਸ ਨਾਲ ਕਰੈਕਟ ਕੀਤਾ ਜਾ ਸਕਦਾ ਹੈ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਆ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਕਿਹੜੇ ਨਾਲ ਤੁਸੀਂ ਕਿਹੜਾ ਡਿਫੈਕਟ ਕਰੈਕਟ ਕਰ ਸਕਦੇ ਹੋ। ਨੈਕਸਟ ਕੁਐਸਚਨ ਤੇ ਆਉਂਦੇ ਆ ਕੁਐਸਚਨ ਨੰਬਰ 5। ਕੁਐਸਚਨ 5 ਹੈ ਮਨੁੱਖੀ ਅੱਖ ਦਾ ਕਿਹੜਾ ਹਿੱਸਾ ਅੱਖ ਦੇ ਲੈਂਸ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕਰਵਾਉਣ ਲਈ ਜ਼ਿੰਮੇਵਾਰ ਹੈ। Which part of the human eye is responsible for change in the focal length of the eye lens? Eye lens ਦੀ ਜਿਹੜੀ focal length ਹੈ ਉਹਨੂੰ change ਕੌਣ ਕਰਵਾਉਂਦਾ ਹੈ। ਆਇਰਸ ਪੁਤਲੀ ਯਾਨੀ ਕਿ ਪਿਊਪਿਲ। ਥਰਡ ਸਿਲਰੀ ਪੇਸ਼ੀਆਂ ਸਿਲਰੀ ਮਸਲਸ ਕਾਰਨੀਆ। ਤਾਂ ਬੇਟਾ ਸਿਲਰੀ ਪੇਸ਼ੀਆਂ ਕੀ ਕਰਦੀਆਂ ਨੇ ਕਿਹਾ focal length change ਕਰਵਾਉਣ ਦੇ ਲਈ ਜ਼ਿੰਮੇਵਾਰ ਹੁੰਦੀਆਂ ਨੇ। ਨੈਕਸਟ ਸਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਦੂਰ ਬਿੰਦੂ ਕਿੱਥੇ ਹੁੰਦਾ ਹੈ। For normal vision, which is the far point of the human eye? Far point ਜਾਨੀ ਕਿ ਦੂਰ ਬਿੰਦੂ ਕਿੱਥੇ ਹੁੰਦਾ ਹੈ ਅਨੰਤ ਦੇ ਉੱਤੇ। ਠੀਕ ਹੈ। ਸਫੇਦ ਪ੍ਰਕਾਸ਼ ਦੇ ਵਿਖੇਪਣ ਤੋਂ ਪ੍ਰਾਪਤ ਸਪੈਕਟਰਮ ਦੇ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ। Which color of the spectrum obtained from splitting of white light has maximum wavelength? ਤਾਂ ਮੈਕਸਿਮਮ ਵੇਵਲੈਂਥ ਕਿਹਦੀ ਹੁੰਦੀ ਹੈ ਰੈੱਡ ਦੀ ਯਾਨੀ ਕਿ ਤੁਹਾਡੇ ਕੋਲ ਲਾਲ ਰੰਗ ਦੀ। ਤਾਂ ਮੈਕਸਿਮਮ ਵੇਵਲੈਂਥ ਮਤਲਬ ਮਿਨੀਮਮ ਫ੍ਰੀਕੁਐਂਸੀ ਉਲਟਾ ਕੁਐਸਚਨ ਵੀ ਆ ਸਕਦਾ ਹੈ ਫ੍ਰੀਕੁਐਂਸੀ। ਠੀਕ ਹੈ ਫਿਰ ਕਿਹਦੀ ਹੋਊਗੀ ਰੈੱਡ ਦੀ ਸਭ ਤੋਂ ਘੱਟ ਹੋਊਗੀ ਤਾਂ ਵੇਵਲੈਂਥ ਸਭ ਤੋਂ ਵੱਧ ਹੈਗੀ। ਤਾਂ ਸਫੇਦ ਪ੍ਰਕਾਸ਼ ਦੇ ਵਿਖੇਪਣ ਤੋਂ ਪ੍ਰਾਪਤ ਸਪੈਕਟਰਾ ਦੇ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੁੰਦੀ ਹੈ। ਠੀਕ ਹੈ ਵੱਧ ਆਪਾਂ ਲਾਲ ਕਰਤੀ ਤੇ ਘੱਟ ਕਿਹਦੀ ਹੁੰਦੀ ਹੈਗੀ ਵਾਇਲਟ ਯਾਨੀ ਕਿ बैंगनी दी। ਇਹ ਬੇਟਾ ਯਾਦ ਰੱਖਿਓ। ਠੀਕ ਹੈ ਤੇ ਇਹਦੇ ਵਿੱਚ ਇਹ ਵੀ ਯਾਦ ਰੱਖਿਓ ਵੀ ਜਦੋਂ ਤੁਹਾਡਾ ਸਫੇਦ ਪ੍ਰਕਾਸ਼ ਯਾਨੀ ਕਿ ਵਾਈਟ ਲਾਈਟ ਟੁੱਟਦੀ ਹੈ ਤਾਂ ਉਹ ਕਿੰਨੇ ਰੰਗਾਂ ਦੇ ਵਿੱਚ ਟੁੱਟਦੀ ਹੈ 7 ਰੰਗਾਂ ਦੇ ਵਿੱਚ। ਓਕੇ ਬੇਟਾ ਉਮੀਦ ਕਰਦੀ ਹਾਂ ਕਿ ਤੁਹਾਡੇ ਲਈ ਇਹ ਕੁਐਸਚਨਸ ਜ਼ਰੂਰ ਬੈਨੀਫੀਸ਼ੀਅਲ ਰਹਿਣਗੇ। ਇਸ ਤਰ੍ਹਾਂ ਦੇ ਹੋਰ ਕੁਐਸਚਨਸ ਵੀ ਅਸੀਂ ਤੁਹਾਡੇ ਲਈ ਤਿਆਰ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਸ਼ੇਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਮੈਕਸਿਮਮ ਲਾਈਕਸ ਦਿਓ ਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੀਏ ਅਸੀਂ। ਠੀਕ ਹੈ ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਗੁੱਡ ਲੱਕ ਫॉर योर एग्जाम्स। होप यू विल डू द बेस्ट। थैंक यू।